ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਔਰ ਅਸੀਂ ਲੈ ਕੇ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਮੁੱਦਾ। ਜੀ ਦੋਸਤੋ, ਮੈਂ ਹਾਂ ਮੋਹਿਤ ਰੁਬਲ ਤੇ ਮੇਰੇ ਨਾਲ ਨੇ ਜਤਿੰਦਰ ਸਿੰਘ ਖਹਿਰਾ ਤੇ ਹਰ ਵਾਰ ਅਸੀਂ ਇੱਕ ਵੱਖਰੀ ਚੀਜ਼ਾਂ ਦੇ ਉੱਪਰ ਗੱਲਬਾਤ ਕਰਦੇ ਹਾਂ ਤੇ ਪ੍ਰੋਗਰਾਮ ਮੁੱਦੇ ਦੇ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਡਿਸਕਸ ਕਰਦੇ ਹਾਂ ਤੇ ਆਮ ਭਾਸ਼ਾ 'ਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸਲੀ ਮੁੱਦਾ ਕੀ ਹੈ, ਸਰਕਾਰਾਂ ਵੱਲੋਂ ਮੁੱਦਾ ਕੀ ਚੱਲ ਰਿਹਾ ਤੇ ਤੁਸੀਂ ਅੱਜ ਕੱਲ੍ਹ ਕਿਹੜਾ ਮੁੱਦਿਆਂ ਦੇ ਵਿੱਚ ਉਲਝੇ ਹੋਏ ਹੋ। ਸੋ ਖਹਿਰਾ ਸਾਹਿਬ, ਉਲਝਣ ਦੀ ਗੱਲ ਯਾਦ ਆਈਏ ਤੇ ਬਚਪਨ 'ਚ ਕਿੰਨਾ ਪਤੰਗ ਵਧਾਈਦਾ ਸੀਗਾ ਤੇ ਡੋਰਾਂ ਦੇ ਜਦੋਂ ਗੁੰਝਲ ਪੈ ਜਾਣੇ ਤੇ ਘਰਦਿਆਂ ਨੂੰ ਵੀ ਨਾਲ ਆਪਣੇ ਭੈਣ ਭਰਾਵਾਂ ਨਾਲ ਲਾ ਦੇਣਾ ਕਿ ਭਈ ਤੁਸੀਂ ਡੋਰ ਜਿਹੜੀ ਇਹ ਖੋਲੀ ਜਾਓ ਤੇ ਮੈਂ ਪਤੰਗ ਚੜਾਉਂਦੇ ਆ ਵਿੱਚ ਕਿੰਨੀਆਂ ਗੱਠਾਂ ਬਲਣੀਆਂ, ਕਿੰਨਾ ਕੁਝ ਕਰਨਾ। ਮਤਲਬ ਉਹ ਜਿਹੜਾ ਸਮਾਂ ਸੀਗਾ ਉਹਨੂੰ ਗੋਲਡਨ ਪੀਰੀਅਡ ਕਹਿ ਸਕਦੇ ਹਾਂ, ਕਿਉਂਕਿ ਹੁਣ ਜਿਹੜਾ ਅਜੋਕਾ ਸਮਾਂ ਕਹਿ ਲਓ, ਪਤੰਗ ਹਲੇ ਵੀ ਚੜਾਏ ਜਾਂਦੇ ਨੇ, ਇੰਨੇ ਬੁੱਢੇ ਵੀ ਨਹੀਂ ਹੋ ਗਏ ਸੀ, ਪਤੰਗ ਹਲੇ ਵੀ ਚੜਾਈ ਦਿੰਦੇ ਆ, ਬਟ ਹਰ ਚੀਜ਼ ਦੇ ਵਿੱਚ ਨਾ ਮਿਲਾਵਟ ਕਹਿ ਲਓ ਜਾਂ ਅਪਡੇਸ਼ਨ ਕਹਿ ਲਓ। ਅਪਡੇਸ਼ਨ ਕੁਝ ਗੱਲਾਂ ਤੇ ਠੀਕ ਨੇ ਜਿਹੜੇ ਅਪਡੇਸ਼ਨ ਹੋਈਆਂ ਨੇ, ਪਰ ਬਹੁਤੀਆਂ ਗੱਲਾਂ ਮਾੜੀਆਂ ਨੇ। ਹੁਣ ਪਤੰਗਾਂ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਚਾਈਨੀਜ਼ ਡੋਰ ਦਾ ਚੱਲਣ ਬਹੁਤ ਜ਼ਿਆਦਾ ਚੱਲ ਪਿਆ। ਹੁਣ ਅਸੀਂ ਬਸੰਤ ਪੰਚਮੀ ਮਨਾ ਕੇ ਹਟੇ ਹਾਂ ਪੰਜਾਬ ਵਿੱਚ, ਭਾਰਤ ਦੇ ਵਿੱਚ, ਤਾਂ ਚਾਈਨੀਜ਼ ਡੋਰ ਦਾ ਚੱਲਣ ਤਾਂ ਪਿਛਲੇ ਕੁਝ ਸਾਲਾਂ ਤੇ ਮੈਂ ਕਹਿੰਦਾ ਜ਼ਿਆਦਾ ਹੀ ਪੂਰਾ ਜ਼ੋਰ ਹੈ, ਫੜ ਕੇ ਬੈਠਾ ਹੋਇਆ। ਪ੍ਰਸ਼ਾਸਨ ਨੋ ਡਾਊਟ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਚਾਈਨੀਜ਼ ਡੋਰ ਦੀ ਵਰਤੋਂ ਨਾ ਕੀਤੀ ਜਾਵੇ, ਪਰ ਕਾਫੀ ਲੋਕ ਜਿਹੜੇ ਨੇ ਉਹ ਚੋਰੀ ਛਿਪੇ ਵੇਚਦੇ ਵੀ ਨੇ ਤੇ ਲੈਂਦੇ ਵੀ ਨੇ, ਜਿਸ ਕਰਕੇ ਕਾਫੀ ਸਾਰੀਆਂ ਮੰਦਭਾਗੀਆਂ ਜਿਹੜੀਆਂ ਖਬਰਾਂ ਨੇ ਸਾਨੂੰ ਸਾਹਮਣੇ ਆਉਣ ਨੂੰ ਮਿਲਦੀਆਂ ਨੇ। ਜਦੋਂ ਤੁਸੀਂ ਕਿਹਾ ਕਿ ਬਚਪਨ ਦੇ ਵਿੱਚ ਗੁੰਝਲਾਂ ਪੈ ਜਾਂਦੀਆਂ ਸੀ ਤੇ ਸਾਰਾ ਟੱਬਰ ਅਸੀਂ ਲੈ ਦਿੰਦੇ ਸੀ ਵੀ ਇਹ ਗੁੰਝਲਾਂ ਸੁਲਝਾ ਕੇ ਦਿਓ। ਉਹ ਕਈ ਵਾਰੀ ਪਤੰਗ ਨਹੀਂ ਹੁੰਦਾ ਸੀ ਤੇ ਘਰੋਂ ਪਤੰਗ ਬਣਾ ਦੇਣਾ। ਮੈਂ ਇਹ ਵੀ ਦੇਖਿਆ ਕਿ ਮੈਂ ਅਖਬਾਰਾਂ ਵਾਲੇ ਪਤੰਗ ਵੀ ਬਣਾਏ ਕੇ ਚੜਾ ਕੇ ਕੰਨੀ ਪਾ ਕੇ ਆਪ ਚੜਾਏ ਆ। ਉਸ ਤੋਂ ਬਾਅਦ ਫਿਰ ਲਿਫਾਫਿਆਂ ਦੇ ਮੋਮਜ਼ਾਮੇ ਵਾਲੇ ਜਿਹੜੇ ਪਤੰਗ ਨੇ ਉਹ ਬਣਾਉਣੇ ਸ਼ੁਰੂ ਕਰ ਦਿੱਤੇ। ਕਈ ਵਾਰੀ ਬੀਬੀ ਸਾਡੀ ਥੱਲੇ ਬੈਠ ਕੇ ਕੁਝ ਬੁਣਦੀ ਹੋਣੀ ਤੇ ਉਹਨੂੰ ਅਸੀਂ ਜਿਹੜਾ ਪਿੰਨਾ ਆ ਉਹ ਚੋਰੀ ਕਰਕੇ ਤੇ ਉੱਪਰ ਡੋਰ ਬਣਾ ਦੇਣੀ ਤੇ ਉਹਦੇ ਨਾਲ ਮਸ਼ਗੂਲਾ ਕਰਕੇ ਪਤੰਗ ਚੜਾਉਂਦੇ ਰਹਿਣਾ ਸਾਰੀ ਦਿਹਾੜੀ। ਕਈ ਵਾਰੀ ਚੁਬਾਰੇ ਤੇ, ਕਈ ਵਾਰੀ ਥੱਲੇ ਤੇ, ਕਈ ਵਾਰੀ ਗਰਾਊਂਡ 'ਚ ਜੀ ਥੱਲੇ ਆਵਾਜ਼ਾਂ ਆਉਂਦੀਆਂ ਰਹਿਣੀਆਂ, ਧਿਆਨ ਦੇ ਨਾਲ ਫਲਾਣੇ ਥਾਂ ਮੁੰਡਾ ਕੋਠੇ ਤੋਂ ਡਿੱਗ ਗਿਆ ਸੀਗਾ। ਤੇ ਜਦੋਂ ਬੀਬੀ ਨੇ ਇਹ ਗੱਲ ਕਹਿਣੀ ਤੇ ਡਰ ਜਿਹਾ ਲੱਗਣਾ ਸ਼ੁਰੂ ਹੋ ਜਾਣਾ ਕਿ ਬਈ ਸੱਚੀ ਗੱਲ ਆ, ਕਿਤੇ ਅਸੀਂ ਨਾ ਡਿੱਗ ਜੇ। ਪਿੱਛੇ ਨੂੰ ਜਾਂਦੇ ਧੁਣਕਾਂ ਮਾਰਦੇ ਜੀ। ਪਰ ਹੁਣ ਮਾਹੌਲ ਜਿੱਦਾਂ ਤੁਸੀਂ ਕਿਹਾ ਕਿ ਹਰੇਕ ਚੀਜ਼ ਦੇ ਵਿੱਚ ਮਿਲਾਵਟ ਆਉਣੀ ਸ਼ੁਰੂ ਹੋ ਗਈ ਹੈ। ਸੰਨ ਲਾਉਣੀ ਤੇ ਹਰੇਕ ਦੀ ਆਦਤ ਹੈ। ਭਾਰਤ ਇੱਕ ਇੱਦਾਂ ਦਾ ਮੁਲਕ ਹੋ ਗਿਆ ਜਦੋਂ ਰੂਲ ਬਣਦਾ ਨਾ ਤੇ ਰੂਲ ਤੋੜਨ ਲਈ ਅਸੀਂ ਨਾ ਪਹਿਲਾਂ ਤਿਆਰ ਹੋ ਜਾਂਦੇ ਹਾਂ ਜੀ। ਚਾਈਨੀ ਡੋਰ ਜਿਹੜੀ ਹੈ ਇੱਕ ਮਾਮੂਲੀ ਜਿਹਾ ਮੁੱਦਾ ਆ। ਪਿਛਲੇ ਵੀ ਕੁਝ ਦਿਨ ਪਹਿਲਾਂ ਵੀ ਮੈਂ ਇੱਕ ਸਟੋਰੀ ਪੜ੍ਹ ਰਿਹਾ ਸੀ, ਕਹਾਣੀ ਜਿਹੜੀ ਹੈ ਇੱਕ ਆਪ ਬੀਤੀ ਕਹਿ ਲਓ, ਹੱਡ ਬੀਤੀ ਕਹਿ ਲਓ, ਪੜ੍ਹ ਰਿਹਾ ਸੀਗਾ, ਜਿੱਥੇ ਨੌਜਵਾਨਾਂ ਦੀਆਂ ਅੱਖਾਂ ਚਲੇ ਗਈਆਂ ਕਿਉਂਕਿ ਉਹਨਾਂ ਦੇ ਜਾਂਦਿਆਂ ਸਮੇਂ ਡੋਰ ਜਿਹੜੀ ਹੈ ਉਹ ਅੱਖ ਦੇ ਥੱਲੇ ਵਿੱਚ ਗਈ ਜੀ। ਤੇ ਕੱਲ ਜਦੋਂ ਅਖਬਾਰ ਫਰੋੜਦੇ ਸੀਗੇ, ਬਸੰਤ ਪੰਚਮੀ ਤਿਉਹਾਰ ਦਾ ਦਿਨ ਹੈ ਤੇ ਛੋਟੀ ਜਿਹੀ ਬੱਚੀ ਜਿਹੜੀ ਹੈ ਸਮਰਾਲੇ ਦੇ ਉਟਾਲਾ ਪਿੰਡ ਦੀ ਆਪਣੇ ਬਾਪੂ ਦੇ ਨਾਲ ਪਿੱਛੇ ਮੋਟਰਸਾਈਕਲ ਤੇ ਬਹਿ ਕੇ ਚੱਲੀ ਜਾਂਦੀ ਹੈ ਤੇ ਜਦੋਂ ਡੋਰ ਜਿਹੜੀ ਚਾਈਨੀ ਡੋਰ ਹੈ ਉਹਦੇ ਕਿਤੇ ਗਲ ਤੇ ਫਿਰ ਜਾਂਦੀ ਹੈ। ਐਸੀ ਫਿਰਦੀ ਹੈ, ਗਲ ਵੱਢਿਆ ਜਾਂਦਾ ਹੈ ਤੇ ਉਹ 5 ਸਾਲਾ ਬੱਚੀ ਦੀ ਮੌਤ ਹੋ ਜਾਂਦੀ ਹੈ। ਉਟਾਲੇ ਦਾ ਪਿੰਡ ਪੂਰੀ ਤਰ੍ਹਾਂ ਸੁੰਨ ਹੋ ਜਾਂਦਾ ਹੈ। ਹੁਣ ਜਦੋਂ ਮੁੱਦੇ ਦੀ ਗੱਲ ਕਰਦੇ ਹਾਂ, ਮੁੱਦਾ ਛੋਟਾ ਜਿਹਾ। ਅਕਸਰ ਅਸੀਂ ਸਾਡੀਆਂ ਬੀਬੀਆਂ ਨੂੰ ਦੇਖਿਆ ਆ ਅੱਜ ਕੱਲ੍ਹ ਪਿੰਡ ਦੇ ਵਿੱਚ ਗਾਲਾਂ ਕੱਢਦੀਆਂ ਤੁਰੀਆਂ ਫਿਰਦੀਆਂ ਹੁੰਦੀਆਂ ਕਿ ਅੱਗ ਲੱਗ ਜਾਵੇ ਇਹਨਾਂ ਪਤੰਗਾਂ ਨੂੰ। ਸਾਰਾ ਦਿਨ ਡੋਰ ਪੈਰਾਂ 'ਚ ਤੁਰੀ ਫਿਰਦੀ ਆ। ਡੋਰ ਪੈਰਾਂ 'ਚ ਤੁਰੀ ਫਿਰਦੀ, ਨੋਰਮਲ ਡੋਰ ਹੋਵੇ ਤੇ ਉਹਦਾ ਕੋਈ ਨਹੀਂ, ਜਿੱਦਾਂ ਅਸੀਂ ਉੱਨ ਵਾਲੀ ਡੋਰ ਕਹਿੰਦੇ ਹਾਂ ਕਿ ਉੱਨ ਵਾਲੀ ਡੋਰ ਹੁੰਦੀ ਤੇ ਸ਼ਾਇਦ ਕਿਸੇ ਦਾ ਨੁਕਸਾਨ ਨਾ ਹੁੰਦਾ। ਸਭ ਤੋਂ ਪਹਿਲਾਂ ਤਾਂ ਅਸੀਂ ਉਸ ਜਗ੍ਹਾ ਤੇ ਰਹਿੰਦੇ ਹਾਂ ਜਿੱਥੇ ਇਨਵਾਇਰਮੈਂਟ ਜਿਹੜਾ ਹੈ ਉਹ ਸਾਡੇ ਲਈ ਸਭ ਤੋਂ ਵੱਧ ਜਿਹੜੀ ਹੈ ਸਮੇਂ ਦੀ ਲੋੜ ਹੈ ਕਿ ਅਸੀਂ ਉਹਦੇ ਦੇ ਬਾਰੇ ਗੱਲ ਕਰ ਲਈਏ ਜੀ। ਚਾਈਨੀ ਡੋਰ ਨੇ ਜਿਹੜਾ ਹੈ ਚਿੜੀਆਂ, ਪਸ਼ੂਆਂ, ਪੰਛੀਆਂ ਸਭ ਨੂੰ ਨੁਕਸਾਨ ਪਹੁੰਚਾਇਆ ਤੇ ਹੁਣ ਘਰਾਂ ਦੇ ਘਰ ਇਹਦੇ ਨਾਲ ਉਜੜ ਰਹੇ ਨੇ। ਉਹ ਜਿਹੜੀ ਗੱਲ ਮੈਂ ਕਰ ਰਿਹਾ ਉਟਾਲਾ ਪਿੰਡ ਦੀ, ਉਹ ਛੋਟੀ ਬੱਚੀ ਜਿਹੜੀ ਆ ਉਹ ਇਕੱਲੀ ਉਹਨਾਂ ਦੀ ਇੱਕ ਬੱਚੀ ਸੀ। ਜਦੋਂ ਤੁਹਾਨੂੰ ਪਤਾ ਹੈ ਕਿ ਮਾਂ ਦਾ ਬੱਚਾ ਜਿਹੜਾ ਹੈ ਉਹ 5 ਸਾਲ ਦਾ ਬੱਚਾ, ਛੋਟੀਆਂ ਤੋਤਲੀਆਂ ਗੱਲਾਂ ਕਰਦਾ ਚਲੇ ਜਾਵੇ ਤੇ ਉਧਰ ਹੀ ਤੇ ਸਾਰੀ ਦੁਨੀਆ ਉਜੜ ਜਾਂਦੀ ਹੈ। ਪ੍ਰਸ਼ਾਸਨ ਅਸੀਂ ਕਹਿੰਦੇ ਹਾਂ ਕਿ ਕੰਮ ਕਰ ਰਿਹਾ, ਤੁਸੀਂ ਕਹਿੰਦੇ ਜੀ ਬਹੁਤ ਸੋਹਣਾ ਕੰਮ ਕਰ ਰਿਹਾ, ਹਾਂ ਠੱਲ ਪਾ ਰਿਹਾ। ਪ੍ਰਸ਼ਾਸਨ ਤਾਂ ਪਤਾ ਨਹੀਂ ਕਿਹੜੀਆਂ ਸੁੱਤਾਂ ਤੇ ਸੁੱਤਾ ਹੋਇਆ। 2 ਮਹੀਨੇ ਨਹੀਂ, 3 ਮਹੀਨੇ ਨਹੀਂ, ਇਹਨੂੰ ਪੂਰਾ 4 ਸਾਲ ਹੋ ਗਿਆ ਇਸ ਘਾਉਣ ਨੂੰ ਚੱਲਦੇ ਹੋਏ ਜੀ। 4 ਸਾਲ ਤੱਕ ਵੀ ਇਹਨਾਂ ਤੋਂ ਕੋਲ ਠੱਲ ਨਹੀਂ ਪਾਈ ਜਾਂਦੀ ਤੇ ਫਿਰ ਅਸੀਂ ਕਹਿੰਦੇ ਹਾਂ ਕਿ ਪ੍ਰਸ਼ਾਸਨ ਕਿਸੇ ਕੰਮ ਦਾ ਨਹੀਂ ਹੈਗਾ ਜੀ। ਇੱਕ ਛੋਟਾ ਜਿਹਾ ਮੁੱਦਾ ਜਿਹੜਾ ਹੈ ਇਹ ਬਹੁਤ ਸੰਗੀਨ ਮੁੱਦਾ ਹੋ ਜਾਂਦਾ। ਮੈਂ ਪਹਿਲਾਂ ਵੀ ਕਹਿੰਦਾ, ਜਦੋਂ ਮਾਪੇ ਕਹਿੰਦੇ ਜੀ ਮਾਪੇ ਨਹੀਂ ਹੁੰਦੇ, ਜਿਹੜੇ ਬੱਚੇ ਮਾਪਿਆਂ ਨੂੰ ਭੁੱਲ ਜਾਂਦੇ ਆ, ਪਰ ਮਾਪਿਆਂ ਲਈ ਬੱਚੇ ਹਮੇਸ਼ਾ ਉਹਨਾਂ ਲਈ ਬੱਚੇ ਰਹਿੰਦੇ ਨੇ। ਤੇ ਜਿਨ੍ਹਾਂ ਦਾ ਜਿਹੜਾ ਆਪਾਂ ਕਹਿੰਦੇ ਲਖਤੇ ਜ਼ਿਗਰ ਆ ਜਾਂ ਜਿਨ੍ਹਾਂ ਦਾ ਜਿਹੜਾ ਬੱਚਾ ਹੈ, ਬੱਚੀ ਹੈ, ਉਹ ਇਸ ਅਣਿਆਈ ਮੌਤ ਮਰ ਜਾਣਾ ਉਹਨਾਂ ਲਈ ਉਹ ਸਾਰੀ ਉਮਰ ਨਹੀਂ ਭੁੱਲਦਾ। ਸੋ ਪ੍ਰਸ਼ਾਸਨ ਨੂੰ ਇੱਕ ਤਰੀਕੇ ਦੇ ਨਾਲ ਇਹਨੂੰ ਵੀ ਦੇਖਣਾ ਚਾਹੀਦਾ ਹੈ। ਜਦੋਂ ਮੈਂ ਇਹ ਖਬਰ ਪੜ੍ਹੀ ਤੇ ਮੈਨੂੰ ਲੱਗਿਆ ਸੀ ਕਿ ਇਹ ਗੱਲਬਾਤ ਜਿਹੜੀ ਸਾਡੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਵੀ ਕਰਨੀ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਅਸੀਂ ਵੀ ਯਾਰ ਬੱਚਿਆਂ ਨੂੰ ਚਾਅ ਦੇ ਵਿੱਚ ਲੈ ਦਿੰਦੇ ਹਾਂ। ਪੰਜਾਬੀ ਜਿਹੜੇ ਨੇ ਉਹ ਹੁੱਬਦੇ ਬੜੇ ਹੁੰਦੇ ਆ ਜੀ, ਨਹੀਂ ਜੀ ਫਲਾਨੀ ਮਹਿੰਗੀ ਡੋਰ ਮੁੰਡਾ ਮੰਗਦਾ, ਇਹਨੂੰ ਮਹਿੰਗੀ ਡੋਰ ਲਿਆ ਦਿੰਦੇ ਆ ਬਈ ਤੁਹਾਡੇ ਮੁੰਡੇ ਦਾ ਆਪਦੇ ਦਾ ਵੀ ਨੁਕਸਾਨ ਹੈ। ਇਹ ਮਹਿੰਗੀ ਡੋਰ ਕਈਆਂ ਦੇ ਘਰ ਪੜਦੀ ਹੈ, ਕਈ ਪੰਛੀਆਂ ਨੂੰ ਜਿਹੜਾ ਹੈ ਤਾੜ ਕਰਦੀ ਹੈ, ਕਈਆਂ ਦਾ ਨੁਕਸਾਨ ਕਰਦੀ ਹੈ। ਸੋ ਹੱਥ ਬੰਨ੍ਹ ਕੇ ਬੇਨਤੀ ਹੈ ਪਰਿਵਾਰਾਂ ਵਾਲਿਆਂ ਨੂੰ ਵੀ ਇਹ ਜਿਹੜੀ ਚਾਈਨੀ ਡੋਰ ਹੈ ਇਹਨੂੰ ਖਰੀਦਣਾ ਬੰਦ ਕਰ ਦਿਓ। ਔਰ ਜਿਹੜੇ ਵੀ ਤੁਸੀਂ ਜੇ ਹਲੇ ਖਰੀਦੀ ਹੈ ਤਾਂ ਉਹਨੂੰ ਜਿਹੜਾ ਚੰਗੀ ਤਰ੍ਹਾਂ ਨਿਪਟਾਰਾ ਕਰਕੇ ਅੱਗ ਲਾ ਦਿਓ, ਕਿਉਂਕਿ
ਜਿਹੜੀ ਚੀਜ਼ ਨੁਕਸਾਨ ਕਰਦੀ ਹੈ ਉਹ ਕੱਲ੍ਹ ਨੂੰ ਸਾਡਾ ਵੀ ਕਰ ਸਕਦੀ ਹੈ। ਕਹਿੰਦੇ ਹੁੰਦੇ ਨਾ, ਜਦੋਂ ਮਹੱਲੇ ਦੇ ਵਿੱਚ ਅੱਗ ਲੱਗੀ ਹੋਵੇ ਤੇ ਇਹ ਨਹੀਂ ਸੋਚਣਾ ਚਾਹੀਦਾ ਕਿ ਤੁਹਾਡੇ ਘਰ ਤੱਕ ਨਹੀਂ ਆਉਣੀ, ਉਹ ਕਦੋਂ ਤੱਕ ਤੁਹਾਡੇ ਘਰ ਤੱਕ ਆ ਜਾਣੀ, ਕਦੋਂ ਭਾਂਬੜ ਮੱਚ ਜਾਣਾ ਤੇ ਕਦੋਂ ਘਰਦਿਆਂ ਨੂੰ ਉਹਨੇ ਲੈ ਲੈਣਾ, ਸ਼ਾਇਦ ਸਾਨੂੰ ਪਤਾ ਨਹੀਂ ਲੱਗਣਾ। ਜੀ ਖੈਰ ਸਾਹਿਬ, ਤੁਸੀਂ ਜਿਹੜੀ ਗੱਲ ਕੀਤੀ ਹੈ ਪਿੰਡ ਦੇ ਇੱਕ 5 ਸਾਲਾ ਬੱਚੇ ਦੀ, ਮੈਂ ਕਹਿੰਦਾ ਤਮਾਮ ਕਿੰਨੀਆਂ ਹੀ ਐਗਜ਼ਾਮਪਲਾਂ ਹਰ ਸਾਲ ਹਰ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਕਾਫੀ ਸਾਰੀ ਮਿਲ ਜਾਂਦੀਆਂ ਨੇ, ਚਾਹੇ ਉਹ ਕਿਤੇ 10 ਸਾਲਾ ਬੱਚਾ ਹੋਵੇ, 15 ਸਾਲਾ ਬੱਚਾ ਹੋਵੇ, ਈਵਨ ਨੌਜਵਾਨਾਂ ਦੇ ਵੀ ਮੈਂ ਕਾਫੀ ਸਾਰੇ ਕੇਸ ਸੁਣੇ ਨੇ, ਕਿਉਂਕਿ ਨੌਜਵਾਨਾਂ 'ਚ ਕਾਫੀ ਕਰੇਸ ਰਹਿੰਦਾ ਵਾ ਕਿ ਚਾਈਨੀਜ਼ ਡੋਰ ਨੂੰ ਵਰਤੀਏ, ਪੇਚੇ ਲਾਈਏ, ਇਹ ਕਰੀਏ ਉਹ ਕਰੀਏ। ਪਰ ਤੁਸੀਂ ਇੱਕ ਸ਼ੌਂਕ ਨੂੰ ਤੁਸੀਂ ਇੱਕ ਖਤਰਾ ਕਾਹਤੋਂ ਮੁੱਲ ਲੈ ਲੈਣਾ? ਇੱਕ ਸ਼ੌਂਕ ਹੁੰਦਾ ਕਿ ਚਲੋ ਆਪਾਂ ਪਤੰਗ ਚੜਾਉਣੀ ਹੈ, ਲੋਕਾਂ ਦੀ ਪਤੰਗ ਵੱਢਣੀ ਆ, ਪੇਚੇ ਪਾਉਣੇ, ਕਾਫੀ ਕੁਝ ਕਰਨਾ, ਪਰ ਤੁਸੀਂ ਖਤਰਾ ਮੁੱਲ ਲੈ ਲੈਂਦੇ ਹੋ। ਤੁਸੀਂ ਪ੍ਰਸ਼ਾਸਨ ਦੀ ਗੱਲ ਕੀਤੀ, ਨੋ ਡਾਊਟ ਪ੍ਰਸ਼ਾਸਨ ਦਾ ਬਹੁਤ ਵੱਡਾ ਫੇਲੂਅਰ ਹੈ, ਪਰ ਇੱਥੇ ਲੋਕਾਂ ਨੂੰ ਵੀ ਥੋੜੀ ਜਾਣਕਾਰੀ ਜਿਹੜੀ ਹੈ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ, ਜਾਗਰੂਕ ਹੋਣਾ ਚਾਹੀਦਾ ਕਿ ਉਹ ਸਿਰਫ ਇੱਕ ਡੋਰ ਨਹੀਂ ਹੈ, ਇੱਕ ਮੌਤ ਦਾ ਸਮਾਨ ਹੈ। ਭਾਵੇਂ ਤੁਹਾਡੀ ਆਪਣੀ ਮੌਤ ਹੋਵੇ, ਭਾਵੇਂ ਕਿਸੇ ਹੋਰ ਦੀ ਹੋਵੇ, ਤੁਹਾਨੂੰ ਬੜਾ ਜ਼ਿਆਦਾ ਸੀਰੀਅਸ ਇਸ ਗੱਲ ਨੂੰ ਲੈਣ ਦੀ ਲੋੜ ਹੈ, ਕਿਉਂਕਿ ਆਏ ਦਿਨ ਜਦੋਂ ਅਖਬਾਰਾਂ ਦੇ ਵਿੱਚ ਟੌਪ ਤੇ ਜਦੋਂ ਖਬਰਾਂ ਇਹੋ ਜਿਹੀ ਦੇਖਣ ਨੂੰ ਮਿਲਦੀਆਂ ਨੇ ਤਾਂ ਰੂਹ ਕੰਬ ਉੱਠਦੀ ਹੈ। ਕਾਫੀ ਲੋਕਾਂ ਦੀ ਸ਼ਾਇਦ ਨਹੀਂ ਕੰਬਦੀ ਹੋਏਗੀ, ਸੋਚਦੇ ਹੋਣਗੇ ਚਲੋ ਕਿਸੇ ਹੋਰ ਦੇ ਘਰ ਵਿੱਚ ਇਹ ਚੀਜ਼ ਹੋਈ ਆ, ਪਰ ਜਿਵੇਂ ਤੁਸੀਂ ਗੱਲ ਕਹੀ ਆ ਕਿ ਪਿੰਡ ਵਿੱਚ ਜਾਂ ਜਦੋਂ ਮਹੱਲੇ ਵਿੱਚ ਜਦੋਂ ਅੱਗ ਲੱਗੀ ਹੋਵੇ ਤੇ ਬਿਲਕੁਲ ਨਹੀਂ ਸੋਚਣਾ ਚਾਹੀਦਾ ਕਿ ਸਿਰਫ ਤੁਹਾਡਾ ਘਰ ਸੇਫ ਹੈ, ਕੱਲ ਨੂੰ ਕਿਸ ਤੁਹਾਡੇ ਦਰਵਾਜ਼ੇ ਤੇ ਕਦੋਂ ਅੱਗ ਪਹੁੰਚ ਗਈ ਤੁਸੀਂ ਉਦੋਂ ਫਿਰ ਬਹੁਤ ਲੇਟ ਹੋ ਜਾਂਦੇ ਆਪਾਂ ਐਕਸ਼ਨ ਲੈਣ ਲਈ। ਸੋ ਜਿੱਥੇ ਪ੍ਰਸ਼ਾਸਨ ਦੀ ਦੋਸਤੋ ਇੱਕ ਬੜੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਚੀਜ਼ ਨੂੰ ਨਾ ਵੇਚਣੇ ਲਾਵੇ, ਉੱਥੇ ਉਹਨਾਂ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਨੂੰ ਨਾ ਖਰੀਦਿਆ ਜਾਵੇ, ਕਿਉਂਕਿ ਜਿਹੜਾ ਮਸਲਾ ਹੈ ਭਾਵੇਂ ਤੁਹਾਨੂੰ ਬੜਾ ਛੋਟਾ ਮੁੱਦਾ ਲੱਗਦਾ ਹੋਵੇ, ਪਰ ਕਿਸੇ ਦੀ ਜਦੋਂ ਜਾਨ ਚਲ ਜਾਂਦੀ ਨਾ, ਕਿਉਂਕਿ ਜਾਨ ਤੋਂ ਵੱਧ ਆਈ ਥਿੰਕ ਕੋਈ ਵੀ ਵੱਡਾ ਮੁੱਦਾ ਨਹੀਂ ਹੁੰਦਾ। ਸੋ ਇਹੀ ਕਾਰਨ ਸੀਗਾ ਕਿ ਸਾਡਾ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਇਸ ਮੁੱਦੇ ਦੇ ਉੱਪਰ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ। ਵਾਕਈ ਤੁਹਾਡੀ ਇਹ ਗੱਲ ਤਾਂ ਬਿਲਕੁਲ ਮੋਹਿਤ ਜੀ ਸਹੀ ਹੈ, ਪਰ ਹੁਣ ਇਹ ਕਹਿ ਲਓ ਕਿ ਮੁੱਦਾ ਜਿਹੜਾ ਹੈ ਉਹ ਪੱਕ ਗਿਆ ਹੈ। ਇਸ ਕਰਕੇ ਪੱਕਿਆ ਹੈ ਕਿ ਆਪਾਂ ਕਹਿੰਦੇ ਸੀ ਕਿ ਨਗਰ ਨਿਗਮ ਚੋਣਾਂ ਦੇ ਵਿੱਚ ਇੱਕ ਸੈਮੀ ਫਾਈਨਲ ਚੱਲੂਗਾ, ਜਿਹੜਾ ਜਿੱਤਿਆ ਉਹ ਸ਼ਾਇਦ ਬੀਜੇਪੀ ਨੂੰ ਜਵਾਬ ਦੇ ਦਿੱਤਾ। ਕੱਲ ਆਪਾਂ ਗੁਰਨਾਮ ਸਿੰਘ ਛੜੂਨੀ ਹੁਣਾਂ ਦੀ ਵੀ ਗੱਲ ਕੀਤੀ ਕਿ ਉਹ ਕਹਿੰਦੇ ਜੀ ਇਹ ਨਗਰ ਨਿਗਮਾਂ ਦੀਆਂ ਚੋਣਾਂ ਨਹੀਂ ਜਵਾਬ ਹੈਗਾ, ਜਵਾਬ ਹੈਗਾ ਪੱਛਮੀ ਬੰਗਾਲ ਵਾਲਾ ਜਿਹੜਾ ਤੁਸੀਂ ਦੇਣਾ ਆ। ਪਰ ਮੈਨੂੰ ਲੱਗਦਾ ਹੈ ਕਿ ਇਹ ਵੀ ਇੱਕ ਤਰੀਕੇ ਦੇ ਨਾਲ ਜਿੱਤ ਹੈ ਕਿਸਾਨੀ ਸੰਘਰਸ਼ ਦੀ, ਕਿਉਂਕਿ ਉਹਨੇ ਗਰਦਾਨ ਦਿੱਤਾ ਆ। ਹੁਣ ਮੈਂ ਤੁਹਾਨੂੰ ਇੱਕ ਚੁਟਕਲੇ ਦੇ ਨਾਲ ਸਮਝਾਉਣਾ ਇਹ ਗੱਲ ਜਿਹੜੀ ਹੈ ਕਿ ਇਹ ਪੂਰਾ ਕਿੱਦਾਂ ਹੋਇਆ। ਕਹਿੰਦੇ ਜੀ ਇੱਕ ਕੁੜੀ ਜਿਹੜੀ ਆ ਬਾਹਲੀ ਅੱਕ ਜਾਂਦੀ ਹੈ ਤੇ ਉਹ ਫਾਹਾ ਲੈਣ ਚਲੇ ਜਾਂਦੀ ਆ ਤੇ ਲਾਗੇ ਇੱਕ ਮੁੰਡਾ ਨੱਕਦਾ ਤੇ ਮੁੰਡਾ ਕਹਿੰਦਾ ਵੀ ਪਾਗਲੇ, ਜੇ ਲੰਮਾ ਹੀ ਹੋਣਾ ਤੇ ਇਦਾਂ ਲਮਕ ਕੇ ਥੋੜੀ ਲੰਮੇ ਹੋਈਦਾ ਹੁੰਦਾ, ਕੌਨਪਲੈਨ ਪੀਆ ਕਰ, ਉਹਨਾਂ ਲੰਬੇ ਹੋ ਜਾਂਦੇ ਆ ਜੀ। ਹੁਣ ਸਰਕਾਰਾਂ ਵੀ ਇਦਾਂ ਹੀ ਕਰਦੀਆਂ। ਸਰਕਾਰਾਂ ਨੇ ਕਿਸਾਨੀ ਅਸੀਂ ਕਿਹਾ ਕਿ ਸੰਕਟ ਦੇ ਵਿੱਚ ਤੇ ਕਹਿੰਦੇ ਜੀ ਆ ਤੁਹਾਡੇ ਲਈ ਆਰਡੀਨੈਂਸ ਰੱਖੇ ਆ, ਇਹਨਾਂ ਆਰਡੀਨੈਂਸ ਨੂੰ ਵਰਤੋ ਤੇ ਕਿਸਾਨੀ ਤੁਹਾਡੀ ਸੰਕਟ ਚੋਂ ਨਿਕਲ ਜਾਊਗੀ ਜੀ। ਫਿਰ ਉਹ ਗੱਲ ਆ ਕਿ ਜਿਹੜੇ ਸਲਾਹ ਦਿੱਤੀ ਉਹ ਸਲਾਹ ਜਿਹੜੀ ਕਦੇ ਕੰਮ ਹੀ ਨਹੀਂ ਆਉਣੀ। ਹੁਣ ਕਿਹਾ ਜਾਂਦਾ ਨਰਿੰਦਰ ਸਿੰਘ ਤੋਮਰ ਵੱਲੋਂ ਜਾਂ ਫਿਰ ਸਾਡੇ ਪ੍ਰਧਾਨ ਸੇਵਕ ਵੱਲੋਂ, ਕਹਿੰਦੇ ਜੀ ਕਿਸਾਨੀ ਕਾਨੂੰਨ ਤਾਂ ਤੁਹਾਡੇ ਲਈ ਲਾਹੇਵੰਦ ਹੀ ਆ। ਬਈ ਜਿਹੜੇ ਇੰਨੇ ਲੋਕ ਚਰ ਬੈਠੇ ਨੇ ਉਹ ਕਿਤੇ ਐਵੇਂ ਬੈਠ ਗਏ ਨੇ, ਜੇ ਲਾਹੇਵੰਦ ਆ ਤੇ ਫਿਰ ਉਹਨਾਂ ਨੂੰ ਬੈਠਣ ਦਾ ਉੱਥੇ ਲੋੜ ਵੀ ਕੀ ਸੀਗੀ। ਇੱਕ ਮੁੱਦਾ ਪਹਿਲਾਂ ਬਹੁਤ ਛਿੜਿਆ, ਇਹ ਕਹਿੰਦੇ ਜੀ ਸਾਡੀ ਜ਼ਮੀਨ ਤੁਹਾਡੇ ਕੋਲੇ ਰਹੂਗੀ, ਇਹਦਾ ਇੱਕ ਫਾਇਦਾ ਵੀ ਜੀ ਸਾਡੀ ਜ਼ਮੀਨ ਸਾਡੇ ਕੋਈ ਰਹਿਣੀ ਹੈ ਤੇ ਫਾਇਦਾ ਥੋੜੀ ਹੈਗਾ। ਕਹਿੰਦੇ ਜੀ ਤੁਹਾਡੀ ਜ਼ਮੀਨ ਵਿਕਦੀ ਨਹੀਂ, ਇਹਦੇ ਵਿੱਚ ਵੀ ਕੀ ਫਾਇਦਾ, ਭਲਾ ਕਿਸਾਨ ਜ਼ਮੀਨ ਵੇਚਣ ਨੂੰ ਰੁਕਿਆ ਹੋਇਆ। ਫਿਰ ਦੂਸਰੇ ਬੰਨੇ ਕਹਿੰਦੇ ਜੀ MSP ਜਿਹੜੀ ਹੈ ਉਹ ਅਸੀਂ ਯਕੀਨੀ ਬਣਾਉਂਦੇ ਆ। ਜੇ ਤੁਸੀਂ MSP ਯਕੀਨੀ ਬਣਾਉਂਦੇ ਆ ਤੇ ਫਿਰ ਉਹਨੂੰ ਕਾਨੂੰਨ ਬਣਾਉਣ ਦੇ ਵਿੱਚ ਕੀ ਹਰਜ ਹੈ ਤੇ ਉਹਦੇ ਉੱਤੇ ਤੁਸੀਂ ਪ੍ਰੋਕਿਉਰਮੈਂਟ ਦਾ ਨਹੀਂ, ਖਰੀਦਦਾਰੀ ਕਿਉਂ ਨਹੀਂ ਕਰਦੇ? ਗੱਲ ਇਹ ਹੈ ਨਾ ਕਿ ਤੁਸੀਂ ਜਦੋਂ ਲਾਲੇ ਤੋਂ ਪੈਸੇ ਲੈ ਲੈਣੇ ਹੁੰਦੇ ਨਾ, ਜਦੋਂ ਆਪਾਂ ਉਧਾਰ ਲੈਣ ਜਾਂਦੇ ਆ ਤਾਂ ਫਿਰ ਤੁਸੀਂ ਕਹਿੰਦੇ ਅਸੀਂ ਕਿਹੜਾ ਨੱਠੇ ਚੱਲੇ ਆ, ਕੱਲ ਦੇ ਦੇਵਾਂਗੇ ਭਾ, ਸਾਡਾ ਘਰ ਇੱਥੇ ਆ, ਸਾਡਾ ਇੱਥੇ ਪੂਰਾ ਟੱਬਰ ਢੀਰ ਹੈ, ਸਾਡੇ ਕਿਹੜਾ ਨੱਠ ਜਾਣਾ ਹੈ। ਜਦੋਂ ਉਹ ਮਾੜਕੂ ਜਿਹਾ ਬੰਦਾ ਤੁਹਾਡੇ ਕੋਲੇ ਪੈਸੇ ਵਾਪਸ ਮੰਗਦਾ, ਕਹਿੰਦਾ ਯਾਰ ਚਲੋ ਹੁਣ ਪੈਸੇ ਵਾਪਸ ਦੇ ਦਿਓ, ਫਿਰ ਅੱਜ ਦੇ ਦਾਂਗੇ, ਕੱਲ ਦੇ ਦਾਂਗੇ, ਉਹ ਗੱਲਾਂ ਜਿਹੜੀਆਂ ਨੇ ਇੱਕ ਸਲੈਂਗ ਬਦਲਣਾ ਸ਼ੁਰੂ ਹੋ ਜਾਂਦਾ ਹੈ। ਸਰਕਾਰ ਵੀ ਇਦਾਂ ਕਰਦੀ ਹੈ। ਜਦੋਂ ਖੇਤੀ ਕਾਨੂੰਨ ਹਲੇ ਲਿਆਉਂਦੇ ਹੀ ਸੀਗੀ ਉਦੋਂ ਕਹਿੰਦੀ ਜੀ ਇਹ ਤਾਂ ਬਹੁਤ ਚੰਗੇ ਕਾਨੂੰਨ ਨੇ, ਜੇ ਤੁਸੀਂ ਹੁਣ ਉਹਨਾਂ ਨੇ ਇਹ ਵੀ ਗੱਲ ਕਹੀ ਸੀਗੀ ਵੀ ਤੁਸੀਂ ਟ੍ਰਾਇਲ ਵਰਜਨ ਲਾ ਕੇ ਦੇਖ ਲਓ। ਕੱਲ ਨੂੰ ਟ੍ਰਾਇਲ ਵਰਜਨ ਲਾ ਦਿੱਤਾ ਤੇ ਇਹਨਾਂ ਨੇ ਕਹਿਣਾ ਜੀ ਇਹਦੇ ਵਰਗੀ ਕੋਈ ਚੀਜ਼ ਹੀ ਨਹੀਂ ਹੈਗੀ, ਹੁਣ ਤੁਸੀਂ ਤਾਂ ਐਵੇਂ ਨੱਠਣ ਡੇ ਆ ਜੀ। ਇਹ ਇੱਕ ਬਹੁਤ ਮੰਦਭਾਗੀ ਘਟਨਾ ਹੈ ਔਰ ਮੈਨੂੰ ਲੱਗਦਾ ਕਿ ਇੱਕ ਜਵਾਬ ਹੈ, ਕਿਸਾਨੀ ਸੰਘਰਸ਼ ਦਾ ਜਵਾਬ ਹੈ। ਪੰਜਾਬ ਦੇ ਵਿੱਚੋਂ ਤੁਸੀਂ ਦੇਖੋ ਕਿ ਬੀਜੇਪੀ ਜਿਹੜੀ ਹੈ ਤਾਰ-ਤਾਰ ਹੋ ਕੇ ਬੈਠੀ ਹੈ। ਬਹੁਤ ਥੋੜ੍ਹੀਆਂ ਜਗ੍ਹਾ ਜਿੱਥੇ ਇਹਨਾਂ ਨੂੰ ਸੀਟਸ ਮਿਲੀਆਂ ਨੇ, ਚਾਹੇ ਪਠਾਨਕੋਟ ਦੀ ਗੱਲ ਕਰ ਲਈਏ, ਉੱਥੇ 11 ਸੀਟ ਜਿਹੜੀਆਂ ਉਹਨਾਂ ਨੂੰ ਮਿਲੀਆਂ ਨੇ। ਬਹੁਤ ਥੋੜ੍ਹੀਆਂ ਜਗ੍ਹਾ ਜਿੱਥੇ ਇਹਨਾਂ ਨੂੰ ਸੀਟਸ ਮਿਲੀਆਂ ਨੇ, ਪਰ ਇਹ ਇੱਕ ਤਰੀਕੇ ਨਾਲ ਪ੍ਰਤੱਖ ਜਵਾਬ ਹੈ। ਕਾਂਗਰਸ ਜਿਹੜੀ ਹੈ ਉਹਦੀ ਕਾਂਗਰਸ ਦੀ ਜਿੱਤ ਨਹੀਂ ਅਸੀਂ ਕਹਿੰਦੇ, ਅਸੀਂ ਕਹਿੰਦੇ ਹਾਂ ਕਿਸਾਨੀ ਅੰਦੋਲਨ ਦੀ ਜਿੱਤ ਹੈ, ਕਿਸਾਨੀ ਸੰਘਰਸ਼ ਦੀ ਜਿੱਤ ਹੈ ਤੇ ਇੱਕ ਹੋਰ ਇੱਕ ਤਰੀਕੇ ਨਾਲ ਜਵਾਬ ਬਹੁਤ ਵੱਡਾ ਆ। ਜੇ ਗੱਲ ਕੀਤੀ ਜਾਵੇ, ਮੇਰੇ ਕੋਲ 6 ਜਿਹੜੀਆਂ ਨਗਰ ਨਿਗਮਾਂ ਦੇ ਉੱਤੇ ਰਿਜ਼ਲਟ ਆਏ ਨੇ, ਅਬੋਹਰ ਆ, ਕਪੂਰਥਲਾ ਆ, ਬਟਾਲਾ ਆ, ਬਠਿੰਡਾ ਆ, ਪਠਾਨਕੋਟ ਹੈ ਤੇ ਹੁਸ਼ਿਆਰਪੁਰ ਹੈ ਜੀ। ਮੈਂ ਸਭ ਤੋਂ ਪਹਿਲਾਂ ਹੁਸ਼ਿਆਰਪੁਰ ਦੀ ਗੱਲ ਕਰਨਾ ਚਾਹੂੰਗਾ। ਹੁਸ਼ਿਆਰਪੁਰ ਦੇ ਵਿੱਚ ਟੋਟਲ ਜਿਹੜੀਆਂ ਸੀਟਾਂ ਸੀ ਉਹਦੇ ਵਿੱਚ 50 ਆ। ਓਕੇ, ਨੋ ਡਾਊਟ ਉੱਥੇ ਹੁਸ਼ਿਆਰਪੁਰ ਤੋਂ ਕਾਂਗਰਸ ਜਿੱਤੀ ਹੈ, ਪਰ ਇੱਥੇ ਇਹ ਮੈਂ ਗੱਲ ਇਸ ਲਈ ਕਰਨਾ ਕਿਉਂਕਿ ਦੀਕਸ਼ਤ ਸੂਦ ਦੀ ਘਰ ਵਾਲੀ ਜਿਹੜੀ ਹੈ ਉਹ ਹਾਰਦੀ ਹੈ।
ਤੁਹਾਨੂੰ ਦੀਕਸ਼ਣ ਸੂਦ ਤਾਂ ਯਾਦ ਹੀ ਹੋਣਾ ਆ। ਹਾਂਜੀ ਹਾਂਜੀ, ਗੋਹਾ ਕਾਂਡ। ਹਾਂਜੀ, ਉਹ ਦੀਕਸ਼ਣ ਸੂਦ ਜਿਹੜਾ ਆ ਮੈਨੂੰ ਲੱਗਦਾ ਕਿ ਉਹ ਚਲੋ ਉਹਨੂੰ ਇੱਕ ਤਰੀਕੇ ਨਾਲ ਹੌਸਲਾ ਹੋ ਗਿਆ ਵੀ ਬਈ ਇੱਥੇ ਤਾਂ ਹੁਣ ਵੱਡੇ ਵੱਡੇ ਨਹੀਂ ਰਹੇ ਸਾਡੇ ਨਾਲ, ਤਾਂ ਫਿਰ ਇਹਨਾਂ ਦੀ ਲਾਲ ਝੰਡੀ ਹੈ ਤੇ ਭਾਰਤ ਧਾਰਾ ਹੋ ਗਿਆ। ਦੂਸਰੇ ਬੰਨੇ ਲੋਕੀ ਕਹਿੰਦੇ ਆ ਜੀ ਇਹ ਤਾਂ ਹੁੰਦਾ ਹੀ ਆਇਆ ਕਿ ਕਾਂਗਰਸ ਜਿਹੜੀ ਹੈ ਉਹ ਸੱਤਾ ਦੇ ਵਿੱਚ ਹੈ ਪੰਜਾਬ ਦੇ ਵਿੱਚ, ਇਸ ਕਰਕੇ ਕਾਂਗਰਸ ਨੇ ਜਿੱਤਣਾ ਲਾਜ਼ਮੀ ਸੀਗਾ। ਐਡੀ ਵੀ ਕੋਈ ਗੱਲ ਨਹੀਂ, ਅਸੀਂ ਆਨੰਦਪੁਰ ਦੀ ਸਾਡੇ ਕੋਲੇ ਪ੍ਰਤੱਖ ਘਟਨਾ ਹੈ ਜੀ। ਆਨੰਦਪੁਰ ਵਾਲਿਆਂ ਨੇ ਮੈਨੂੰ ਲੱਗਦਾ ਕਿ ਬਹੁਤ ਵਧੀਆ ਇੱਕ ਸਟੀਕ ਡਿਸੀਜਨ ਲਿਆ। ਆਨੰਦਪੁਰ ਦੇ ਵਿੱਚ ਜਿੰਨੀਆਂ ਸੀਟਾਂ ਸੀ ਉਹਨਾਂ ਦੇ ਵਿੱਚ ਨਾ ਹੀ ਉਹਨਾਂ ਨੇ ਕਾਂਗਰਸ ਨੂੰ ਚੁਣਿਆ, ਨਾ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ, ਨਾ ਹੀ ਉਹਨਾਂ ਨੇ ਭਾਜਪਾ ਨੂੰ ਚੁਣਿਆ, ਉਹਨਾਂ ਨੇ ਆਪਣਾ ਆਜ਼ਾਦ ਉਮੀਦਵਾਰ ਜਿਤਾ ਦਿੱਤਾ। ਇੱਕ ਤਰੀਕੇ ਨਾਲ ਮੈਨੂੰ ਲੱਗਦਾ ਕਿ ਜਵਾਬ ਹੈ ਇਹਨਾਂ ਸਾਰੀਆਂ ਉਹਨਾਂ ਪਾਰਟੀਆਂ ਦੇ ਉੱਤੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਜੀ ਇਹ ਸੋ ਕਾਲਡ ਟ੍ਰੈਡੀਸ਼ਨਲ ਪਾਰਟੀਆਂ ਨੇ, ਇਹ ਸਾਡੀ ਸੱਤਾ ਦੇ ਵਿੱਚ ਸ਼ੁਰੂ ਤੋਂ ਚੱਲਦੀਆਂ ਆਈਆਂ ਨੇ। ਜੇ ਮੈਨੂੰ ਲੱਗਦਾ ਕਿ ਪੂਰੇ ਭਾਰਤ ਦੇ ਵਿੱਚ ਇਹ ਆਨੰਦਪੁਰ ਸਾਹਿਬ ਵਾਲਾ ਮਾਡਲ ਜਿਹੜਾ ਹੈ, ਇੱਕ ਗੁਜਰਾਤ ਮਾਡਲ ਹੈ, ਦੂਸਰਾ ਆਨੰਦਪੁਰ ਸਾਹਿਬ ਵਾਲਾ ਹੁਣ ਮਾਡਲ ਹੈ, ਇਲੈਕਸ਼ਨ ਮਾਡਲ ਜਿਹਨੂੰ ਅਸੀਂ ਕਹਿੰਦੇ ਆ ਕਿ ਉਹਨਾਂ ਨੇ ਨਕਾਰ ਕੇ ਉੱਥੇ ਆਜ਼ਾਦ ਬੰਦਾ ਜਿਤਾ ਦਿੱਤਾ। ਇਦਾਂ ਦੀ ਜਿੱਤ ਜੇ ਹੋਵੇ ਤਾਂ ਮੈਨੂੰ ਲੱਗਦਾ ਕਿ ਕਿਆ ਹੀ ਬਾਤਾਂ ਨੇ, ਸਾਨੂੰ ਸਾਡੇ ਉਮੀਦਵਾਰ ਸਾਡੇ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਵੀ ਚੰਗੇ ਮਿਲ ਸਕਦੇ ਨੇ। ਜੀ ਖੈਰ ਸਾਹਿਬ, ਜਿਵੇਂ ਤੁਸੀਂ ਸਭ ਤੋਂ ਪਹਿਲਾਂ ਗੱਲ ਇਹੀ ਆਖੀ ਹੈ ਕਿ ਜਿਹੜੇ ਇਲੈਕਸ਼ਨਸ ਨੇ ਉਹਨਾਂ ਵਿੱਚ ਕਿਸੇ ਇੱਕ ਪਾਰਟੀ ਦੀ ਜਿੱਤ ਨਹੀਂ ਹੋਈ, ਸਿਰਫ ਤੇ ਸਿਰਫ ਕਿਸਾਨਾਂ ਦੇ ਗੁੱਸੇ ਦੀ, ਕਿਸਾਨਾਂ ਦੇ ਅੰਦੋਲਨ ਦੀ ਜਿੱਤ ਹੋਈ ਹੈ। ਕਿਉਂਕਿ ਭਾਜਪਾ ਨੂੰ ਕਰਾਰਾ ਜਵਾਬ, ਕੱਲੇ ਭਾਜਪਾ ਨੂੰ ਹੀ ਬਲਕਿ ਮੈਂ ਕਹਾਂਗੇ ਅਕਾਲੀਆਂ ਨੂੰ ਵੀ ਕਾਫੀ ਜਗ੍ਹਾ ਤੋਂ ਕਾਫੀ ਹਾਰ ਜਿਹੜੀ ਹੈ ਦੇਖਣੀ ਪਈ ਹੈ, ਆਮ ਆਦਮੀ ਪਾਰਟੀ ਨੂੰ ਵੀ, ਕਿਉਂਕਿ ਉਹਨਾਂ ਨੇ ਰੀਸੈਂਟਲੀ ਹੀ ਕਿਹਾ ਸੀਗਾ ਕਿ ਅਸੀਂ ਅਨਾਉਂਸ ਕੀਤਾ ਸੀਗਾ ਕਿ ਅਸੀਂ ਇਲੈਕਸ਼ਨ ਲੜਾਂਗੇ, ਪਰ ਉਹਨਾਂ ਨੂੰ ਵੀ ਕੁਝ ਖਾਸ ਜਿਹੜਾ ਹੈ ਉਹ ਰਿਜ਼ਲਟ ਜਿਹੜਾ ਹੈ ਨਹੀਂ ਮਿਲਿਆ। ਸੋ ਜੇਕਰ ਅਸੀਂ ਅਨੰਦਪੁਰ ਸਾਹਿਬ ਤੋਂ ਇਲਾਵਾ ਅਗਰ ਜਲੰਧਰ ਤੇ ਹੋਰਾਂ ਪਿੰਡਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਅਜਿਹੀ ਜਿਹੜੀ ਗੱਲਾਂ ਨੇ, ਜਿਹੜੀਆਂ ਰਿਜ਼ਲਟ ਨੇ ਸਾਹਮਣੇ ਆਏ ਨੇ ਕਿ ਆਜ਼ਾਦ ਉਮੀਦਵਾਰਾਂ ਨੇ ਕਾਫੀ ਜਗ੍ਹਾ ਤੇ ਮੈਂ ਕਹਾਂਗੀ ਮੱਲਾਂ ਮਾਰੀਆਂ ਨੇ। ਐਂਡ ਲੋਕਾਂ ਦਾ ਗੁੱਸਾ ਸਿਰਫ ਮੈਂ ਕਹਾਂਗੀ ਭਾਜਪਾ ਦੇ ਲਈ ਨਹੀਂ, ਈਵਨ ਕਾਂਗਰਸ ਦੇ ਲਈ ਵੀ ਕਾਫੀ ਥਾਂ ਤੇ ਦੇਖਣ ਨੂੰ ਮਿਲਿਆ। ਨੋ ਡਾਊਟ ਕਾਂਗਰਸ ਬਹੁਮਤ ਦੇ ਵਿੱਚ ਹੈ, ਕਾਂਗਰਸ ਨੇ ਬਹੁਤ ਜ਼ਿਆਦਾ ਜਿਹੜੀਆਂ ਸੀਟਾਂ ਨੇ ਉਹ ਆਪਣੇ ਨਾਮ ਕਰਵਾਈਆਂ ਨੇ, ਪਰ ਜਿਹੜੇ ਲੋਕ ਮੈਂ ਕਹਾਂਗੀ ਜਿਹੜੇ ਬਹੁਤੇ ਪੜ੍ਹੇ ਲਿਖੇ ਨੇ ਜਾਂ ਫਿਰ ਜਿਹੜੇ ਬਹੁਤੇ ਜ਼ਿਆਦਾ ਸਮਝਦਾਰ ਨੇ, ਜਿਹਨਾਂ ਨੂੰ ਪਤਾ ਲੱਗ ਚੁੱਕਾ ਕਿ ਜਿਹੜੀ ਪਾਰਟੀ ਜਿਹੜੀ ਹੈ ਭਾਵੇਂ ਉਹ ਚਿਹਰਾ ਕੋਈ ਵੀ ਹੋਵੇ, ਚਾਹੇ ਕੈਪਟਨ ਸਾਹਿਬ ਦਾ ਹੋਵੇ, ਚਾਹੇ ਬਾਦਲ ਸਾਹਿਬ ਦਾ ਹੋਵੇ, ਭਾਵੇਂ ਮੋਦੀ ਦਾ ਹੋਵੇ ਤੇ ਭਾਵੇਂ ਕੇਜਰੀਵਾਲ ਦਾ ਹੋਵੇ, ਚਾਰਾਂ ਨੂੰ ਅਸੀਂ ਲੈ ਕੇ ਕਾਊਂਟ ਕਰੀਏ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਚਾਰੋਂ ਜਿਹੜੇ ਨੇ ਭਾਵੇਂ ਝੰਡਾ ਖੜਾ ਕਰਦੇ ਨੇ ਕਿਸਾਨ ਹਮਾਇਤੀ ਦਾ, ਪਰ ਅੰਦਰੋਂ ਕੋਈ ਵੀ ਕਿਸਾਨਾਂ ਦੇ ਨਾਲ ਨਹੀਂ ਖੜਿਆ। ਸਿਰਫ ਤੋਂ ਸਿਰਫ ਸਾਡੇ ਹੀ ਪੰਜਾਬ ਦੇ, ਹਰਿਆਣਾ ਦੇ ਜਾਂ ਯੂਪੀ ਦੇ, ਹਰਿਆਣਾ ਦੇ ਜਿਹੜੇ ਲੋਕ ਨੇ ਉਹੀ ਜਿਹੜੇ ਇਸ ਕਿਸਾਨੀ ਅੰਦੋਲਨ ਵਿੱਚ ਡਟ ਕੇ ਖੜੇ ਨੇ। ਸੋ ਉਹ ਜਿਹੜਾ ਜਵਾਬ, ਢੁਕਵਾਂ ਜਵਾਬ ਜਿਹੜਾ ਹੈ ਕਿਸਾਨਾਂ ਵੱਲੋਂ ਜਾਂ ਪੂਰੇ ਪੰਜਾਬ ਵੱਲੋਂ ਇਸ ਟਾਈਮ ਉਹਨਾਂ ਨੂੰ, ਸਰਕਾਰਾਂ ਨੂੰ ਮਿਲ ਗਿਆ। ਵਾਕਈ ਮੋਹਿਤ ਜੀ, ਜਿਹੜਾ ਇਸ ਵਾਰ ਦਾ ਜਿਹੜੇ ਆਪਾਂ ਕਹਿ ਲਈਏ ਕਿ ਰੁਝਾਨ ਨੇ ਜਾਂ ਨਤੀਜੇ ਨੇ ਇਹ ਬਹੁਤ ਵੱਖਰੇ ਨੇ। ਮੋਗਾ ਦੀ ਗੱਲ ਕਰਦੇ ਹਾਂ ਤੇ ਮੋਗਾ ਦਾ ਜਿਹੜਾ ਉੱਥੇ ਰੂਲਿੰਗ ਐਮਐਲਏ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਹਰਜੋਤ ਸਿੰਘ ਕਮਲ ਹੁਣਾਂ ਦੀ ਗੱਲ ਕਰ ਲਈਏ, ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਉਹ ਇੱਕ ਵੋਟ ਦੇ ਨਾਲ ਹਾਰਦੀ ਹੈ। ਸੋ ਇੰਬੈਰਸ ਵਾਲੀ ਗੱਲ ਹੈ, ਰੂਲਿੰਗ ਪਾਰਟੀ ਦੀ ਇੰਬੈਰਸ ਵਾਲੀ ਗੱਲ ਹੈ। ਕਈ ਵਾਰ ਤੁਸੀਂ ਦੇਖਿਆ ਕਿ ਜਦੋਂ ਕੋਈ ਨਾ ਤਿਆਰੀ ਕਰਕੇ ਨਹੀਂ ਉਤਰਿਆ ਹੁੰਦਾ ਜਾਂ ਫਿਰ ਉਹਦਾ ਕਹਿ ਲਓ ਕਿ ਉਹਦਾ ਕੋਈ ਰੂਲ ਨਹੀਂ ਹੁੰਦਾ ਤੇ ਕਈ ਵਾਰ ਤੁੱਕਾ ਲੱਗ ਜਾਵੇ ਤਾਂ ਇੱਕ ਵੋਟ ਦੇ ਨਾਲ ਥੱਲੇ ਹੋ ਜਾਵੇ ਤੇ ਉਹ ਲੱਗਦਾ ਹੁੰਦਾ ਯਾਰ ਨਹੀਂ ਨਹੀਂ, ਉਸ ਦੇ ਜਿੱਤੇ ਪਏ ਸੀ ਕਿ ਉਹ ਇੱਕ ਵੋਟ ਦੀ ਕਿਹੜੀ ਗੱਲ ਹੁੰਦੀ ਆ, ਇੱਕ ਵੋਟ ਦੀ ਕਿਹੜੀ ਗੱਲ ਹੁੰਦੀ ਆ। ਮੈਨੂੰ ਲੱਗਦਾ ਕਿ ਇਹ ਇੱਕ ਰੂਹ ਹੈ ਡੈਮੋਕ੍ਰੇਸੀ ਦੀ, ਇਹ ਲੋਕਤੰਤਰ ਦੀ ਇੱਕ ਅਸਲ ਰੂਹ ਹੈ ਜਿਹੜੀ ਪ੍ਰਤੱਖ ਸਾਹਮਣੇ ਆ ਗਈ ਹੈ। ਔਰ ਮੋਗਾ ਵਰਗੇ ਜਿਹੜੀ ਰੂਲਿੰਗ ਪਾਰਟੀ ਦੇ ਇੱਕ ਹਾਰਨਾ, ਉਸ ਬੰਦੇ ਦੀ ਘਰ ਵਾਲੀ ਧਰਮ ਪਤਨੀ ਦਾ ਹਾਰਨਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਔਰ ਜੇ ਇਦਾਂ ਦੇ ਰੁਝਾਨ ਜਿਹੜੇ ਪੂਰੇ ਦੇਸ਼ ਭਰ ਦੇ ਵਿੱਚ ਮਿਲਣ ਤੇ ਕਿਆ ਹੀ ਬਾਤਾਂ ਨੇ, ਕਿਆ ਹੀ ਗੱਲਾਂ ਨੇ, ਫਿਰ ਅਸੀਂ ਕਹਿ ਸਕਦੇ ਹਾਂ ਕਿ ਇਹ ਮੁਲਕ ਸਵਰਗ ਹੋ ਸਕਦਾ ਦੁਬਾਰਾ ਤੋਂ। ਜੀ ਖੈਰ ਸਾਹਿਬ, ਜਿਵੇਂ ਪਿੱਛੇ ਜੀ ਹੁਣੇ ਦਿੱਲੀ ਇਲੈਕਸ਼ਨ ਹੋਈ ਸੀਗੇ ਐਂਡ ਉਦੋਂ ਪਹਿਲੀ ਵਾਰ ਹੋਇਆ ਸੀਗਾ ਕਿ ਜਿਹੜੀਆਂ ਪਾਰਟੀ ਸੀਗੀਆਂ, ਖਾਸ ਕਰਕੇ ਆਮ ਆਦਮੀ ਪਾਰਟੀ, ਉਹਨਾਂ ਨੇ ਇੱਕ ਵੱਖਰਾ ਮਾਡਲ ਤਿਆਰ ਕੀਤਾ। ਕਹਿੰਦੇ ਅਸੀਂ ਇਲੈਕਸ਼ਨ ਜਿਹੜੇ ਨੇ ਮੈਨੀਫੈਸਟੋ ਦੇ ਦਮ ਤੇ ਨਹੀਂ ਲੜਾਂਗੇ, ਅਸੀਂ ਦਿਖਾਵਾਂਗੇ ਕਿ ਪਿਛਲੇ 5 ਸਾਲਾਂ 'ਚ ਅਸੀਂ ਕੀ ਕੀਤਾ। ਸੋ ਐਜੂਕੇਸ਼ਨ ਦੇ ਬੇਸ ਉੱਪਰ, ਤੇ ਜੇਕਰ ਗੱਲ ਕਰਾਂ ਸਿਹਤ ਸੁਵਿਧਾਵਾਂ ਦੇ ਬੇਸ ਉੱਤੇ, ਜਾਂ ਹੋਰ ਜਿਹੜੀਆਂ ਉਹਨਾਂ ਨੇ ਬਿਜਲੀ ਮੁਫਤ ਕੀਤੀ ਸੀ ਜਾਂ ਫਿਰ ਕੁਝ ਹੋਰ ਪਾਣੀ ਜਿਹੜਾ ਮੁਫਤ ਉਹਨਾਂ ਨੂੰ ਮਿਲਦਾ ਸੀਗਾ, ਉਹਨਾਂ ਮੁੱਦਿਆਂ ਦੇ ਉੱਪਰ ਇਲੈਕਸ਼ਨ ਹੋਏ ਸੀਗੇ ਐਂਡ ਤਾਂ ਹੀ ਇਹ ਕਾਰਨ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਵਿੱਚ ਦੁਬਾਰਾ ਜਿੱਤੀ ਹੈ। ਸੋ ਜਿਹੜੇ ਇਹੋ ਜਿਹਾ ਜਿਹੜੇ ਮਤਲਬ ਜਿਹੜੇ ਬੇਸਿਕ ਰਾਈਟਸ ਨੇ, ਬੇਸਿਕ ਜਿਹੜੀ ਚੀਜ਼ਾਂ ਜੋ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਨੇ, ਸੋ ਜੇਕਰ ਇਹਨਾਂ ਮੁੱਦਿਆਂ ਦੇ ਉੱਪਰ ਅਗਰ ਇਲੈਕਸ਼ਨ ਲੜਿਆ ਜਾਵੇ ਤੇ ਖੈਰ ਸਾਹਿਬ ਮੈਂ ਕਹਿੰਦਾ ਵਾਕਈ ਜਿਹੜਾ ਦੇਸ਼ ਹੈ ਬਹੁਤ ਹੋਰ ਸੋਹਣਾ ਹੋ ਜਾਏਗਾ। ਸੋ ਉਮੀਦ ਇਹੀ ਕਰਦੇ ਹਾਂ ਕਿ ਆਉਣ ਵਾਲੇ ਇਲੈਕਸ਼ਨਸ ਜਾਂ ਜਿਹੜੀਆਂ ਇਸ ਭਾਵੇਂ ਇਸ ਅੰਦੋਲਨ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਜਿਹੜੀ ਖੁੱਲ ਗਈਆਂ ਨੇ ਉਹ ਕੰਟੀਨਿਊ ਰਹਿਣਗੀਆਂ ਤੇ ਆਪਣੇ ਲੀਡਰ ਨੂੰ, ਸੋ ਚਾਹੇ ਉਹ ਤੁਹਾਡੇ ਆਪਣੇ ਮਹੱਲੇ ਦਾ ਕਾਉਂਸਲਰ ਹੋਵੇ, ਭਾਵੇਂ ਤੁਹਾਡੇ ਸ਼ਹਿਰ ਦਾ ਮੇਅਰ ਹੋਵੇ, ਸੋ ਉਹਨਾਂ ਨੂੰ ਵੀ ਤੁਸੀਂ ਸਵਾਲ ਪੁੱਛ ਸਕੋ ਕਿ ਬਈ ਤੁਸੀਂ ਕੀ ਕੁਝ ਕੀਤਾ ਹੈ, ਤੁਹਾਨੂੰ ਕਿੰਨੀ ਕੁ ਫੰਡਿੰਗ ਆਈ ਹੈ, ਤੁਸੀਂ ਕਿੱਥੇ ਪੈਸੇ ਇਨਵੈਸਟ ਕਰ ਰਹੇ ਹੋ। ਸੋ ਗੱਲਾਂ ਜਿਹੜੀਆਂ ਨੇ ਤੁਹਾਨੂੰ ਪੁੱਛਣੀਆਂ ਚਾਹੀਦੀਆਂ ਨੇ। ਵਾਕਈ ਤੁਸੀਂ ਜਿੱਦਾਂ ਕਹਿ ਰਹੇ ਹੋ ਬਿਲਕੁਲ ਸਟੀਕ ਹੈ। ਔਰ ਕਾਂਗਰਸ ਦੀ ਜਿੱਤ ਚਲੋ ਹੋ ਗਈ ਹੈ, ਸੈਮੀਫਾਈਨਲ ਜਿੱਤਿਆ ਹੈ ਉਹਨਾਂ ਨੇ, 7 ਜਿਹੜੀਆਂ ਨੇ ਨਗਰ ਨਿਗਮਾਂ ਜਿੱਤ ਲਈਆਂ ਨੇ, 8ਵੀਂ ਦੇ ਉੱਤੇ ਜੇ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤੇ ਆਜ਼ਾਦ ਜਿੱਤ ਗਿਆ ਔਰ ਮੋਹਾਲੀ ਦੇ ਵਿੱਚ ਹਜੇ ਰੁਝਾਨ ਸਾਡੇ ਕੋਲੇ ਆਉਣੇ ਬਾਕੀ ਨੇ। ਸੋ ਹੁਣ ਮੈਨੂੰ ਲੱਗਦਾ ਕਿ ਉਹ ਭਰਾ ਭਤੀਜਾਵਾਦ ਜਿਹੜਾ ਹੈ ਉਹਨੂੰ ਵੀ ਅਸੀਂ ਦੂਰ ਕਰ ਦਿੱਤਾ। ਇੱਥੇ ਅੱਗੇ ਨਹੀਂ ਤਾਂ ਹੁੰਦਾ ਸੀ ਜੀ ਫਲਾਨਾ ਮੇਰਾ ਮਾਮੇ ਨੂੰ ਜਾਣਦਾ, ਫਲਾਨਾ ਮੇਰੀ ਮਾਸੀ ਦਾ ਮੁੰਡਾ ਆ, ਉਹ ਦੂਰ ਦੀ ਰਿਸ਼ਤੇਦਾਰੀ ਆ, ਹੁਣ ਵੋਟ ਤਾਂ ਪਾਉਣੀ ਪੈਣੀ ਆ। ਹੁਣ ਇਦਾਂ ਦਾ ਜਿਹੜਾ ਇੱਕ ਢਾਂਚਾ ਆ, ਇੱਕ ਇਦਾਂ ਦਾ ਮਾਡਲ ਜਿਹੜਾ ਹੈ ਨਾ, ਉਹ ਵੀ ਦੂਰ
ਦੂਰ ਕਰਨਾ ਪੈਣਾ ਹੈ। ਮੈਨੂੰ ਲੱਗਦਾ ਜੇ ਇਦਾਂ ਦਾ ਮਾਡਲ ਦੂਰ ਹੋ ਜਾਵੇ ਤੇ ਫਿਰ ਅਸੀਂ ਜਿੱਤ ਕੇ ਜਿਹੜਾ ਹੈ ਇੱਕ ਚੰਗਾ ਸਟੀਕ ਉਮੀਦਵਾਰ ਜਿੱਤ ਲਾ ਕੇ ਇੱਥੇ ਅਸੀਂ ਵੋਟ ਜਿਹੜਾ ਹੈ ਲੋਕਤੰਤਰ ਲਈ ਨਹੀਂ ਪਾਉਂਦੇ, ਆਪਣੇ ਇੰਟਰਸਟ ਲਈ ਨਹੀਂ ਵੋਟ ਪਾਉਂਦੇ। ਉਹ ਜੀ ਘਰ ਵਾਲੇ ਤਾਂ ਬਹੁਤ ਜ਼ੋਰ ਦਿੰਦੇ ਆ, ਮੇਰੇ ਸਹੁਰਿਆਂ ਵੱਲੋਂ ਬੀਜੇਪੀ ਪਾਰਟੀ ਨੂੰ ਪਾਉਣੀ ਆ, ਉਹਨਾਂ ਨੇ ਪਹਿਲੀ ਵਾਰੀ ਕਿਹਾ, ਹੁਣ ਕਹਿਣਾ ਨਹੀਂ ਮੋੜਨਾ। ਸੋ ਇਦਾਂ ਦੇ ਪ੍ਰੈਸ਼ਰ ਜਿਹੜੇ ਆ ਉਹ ਹਟਾ ਕੇ ਜਿਹੜਾ ਹੈ ਉਹ ਮੈਨੂੰ ਲੱਗਦਾ ਲੋਕਤੰਤਰ ਲਈ ਇੱਕ ਢਾਂਚਾ ਪ੍ਰਤੱਖ ਕਰਨ ਦੀ ਲੋੜ ਹੈ, ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ, ਤੇ ਤਾਂ ਜਿਹੜਾ ਹੈ ਮੈਨੂੰ ਲੱਗਦਾ ਅਸੀਂ ਜਿੱਤ ਸਕਦੇ ਹਾਂ ਔਰ ਮੁੱਦਿਆਂ ਦੇ ਉੱਤੇ ਸਰਕਾਰ ਬਣਨੀ ਚਾਹੀਦੀ ਹੈ ਜੀ। ਸੋ ਹੋਣਾ ਤਾਂ ਇੱਦਾਂ ਹੀ ਚਾਹੀਦਾ। ਪਰ ਜੇਕਰ ਅਸੀਂ ਹੁਣ ਕਰੰਟ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਬੰਗਾਲ ਦੇ ਵਿੱਚ ਅਮਿਤ ਸ਼ਾਹ ਹੁਣੀ 5ਵੀਂ ਵਾਰ ਜਾ ਰਹੇ ਨੇ, ਕਿਉਂਕਿ ਬੰਗਾਲ ਦੇ ਵਿੱਚ ਇਲੈਕਸ਼ਨਸ ਆ ਰਹੇ ਨੇ। ਸੋ ਉੱਥੇ ਲੋਕਾਂ ਨੂੰ ਭਰਮਾਉਣ ਦੇ ਲਈ, ਲੋਕਾਂ ਨੂੰ ਭਟਕਾਉਣ ਦੇ ਲਈ ਤੇ ਲੋਕਾਂ ਨੂੰ ਆਪਣੇ ਵੱਲ ਕਰਨ ਦੇ ਲਈ ਅਮਿਤ ਸ਼ਾਹ ਰੈਗੂਲਰ ਜਿਹੜੀਆਂ ਸਟ੍ਰੈਟਜੀਜ਼ ਨੇ ਉੱਥੇ ਆਪਣੀਆਂ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਹੁਣ ਕਿਸਾਨਾਂ ਨੇ ਵੀ ਕਮਰ ਕੱਸ ਲਈ, ਉਹਨਾਂ ਨੇ ਵੀ ਆਖ ਦਿੱਤਾ ਕਿ ਮਹਾ ਪੰਚਾਇਤ ਚਲੋ ਬਾਅਦ 'ਚ ਕਰ ਲਵਾਂਗੇ, ਸਾਡਾ ਆਪਣਾ ਹੀ ਗਾੜੇ ਜਦੋਂ ਮਰਜ਼ੀ ਕਰ ਲਈਏ। ਪਰ ਬੰਗਾਲ ਦੇ ਵਿੱਚ ਜਦੋਂ ਹੁਣ ਇਲੈਕਸ਼ਨ ਹੋਣੇ ਨੇ, ਕਹਿੰਦੇ ਆਪਾਂ ਪਹਿਲਾਂ ਉੱਥੇ ਪਹੁੰਚ ਕੇ ਲੋਕਾਂ ਨੂੰ ਸਮਝਾਉਣਾ ਸ਼ੁਰੂ ਕਰ ਦੇਣਾ ਕਿ ਸਰਕਾਰਾਂ ਕਹਿਣ ਨੂੰ ਸਰਕਾਰਾਂ ਨੇ, ਕੰਮ ਡਿਕਟੇਟਰਸ਼ਿਪ ਵਾਲਾ ਚੱਲ ਰਿਹਾ। ਸੋ ਖੈਰ ਸਾਹਿਬ, ਅਗਰ ਗੱਲ ਕਰੀਏ ਅਮਿਤ ਸ਼ਾਹ ਹੋਣਾ ਦੀ, ਤਾਂ 5ਵੀਂ ਵਾਰ ਤੁਹਾਡੇ ਕੋਲ ਟਾਈਮ ਹੈ ਉੱਥੇ ਜਾ ਕੇ ਆਪਣੇ ਮਤਲਬ ਵੋਟ ਇਕੱਠੀ ਕਰਨ ਦਾ, ਆਪਣੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਗੱਲਬਾਤ ਕਰਨ ਦਾ। ਪਰ ਤੁਹਾਡੇ ਕੋਲ ਇੱਕ ਸਿੰਗਲ ਮੂਵਮੈਂਟ, ਸਿੰਗਲ ਸੈਕਿੰਡ ਨਹੀਂ ਮਿਲਦਾ ਤੁਸੀਂ ਜੀ ਕਿਸਾਨਾਂ ਨੂੰ ਜਾ ਕੇ ਮਿਲੋ, ਜਦ ਕਿ 11 ਵਾਰ ਜਿਹੜੀਆਂ 11 ਗੇੜ ਜਿਹੜੀ ਮੀਟਿੰਗਾਂ ਹੁੰਦੀਆਂ ਨੇ। ਸੋ ਜਿਹੜੇ ਖੇਤੀਬਾੜੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ ਹੋਣੀ, ਉਹ ਹਰ ਵਾਰ 11 ਗੇੜ ਦੀਆਂ ਮੀਟਿੰਗਾਂ ਦੇ ਵਿੱਚ ਪਹਿਲਾਂ ਅਮਿਤ ਸ਼ਾਹ ਨੂੰ ਜਾ ਕੇ ਮੱਥਾ ਟੇਕਦੇ ਨੇ, ਫਿਰ ਆ ਕੇ ਮੀਟਿੰਗ ਵਿੱਚ ਆ ਕੇ ਬਹਿੰਦੇ ਨੇ। ਫਿਰ ਤਾਂ ਵੀ ਕੋਈ ਗੱਲ ਹੁੰਦੀ ਤਾਂ ਵੀ ਅਮਿਤ ਸ਼ਾਹ ਨੂੰ ਫੋਨ ਕਰ ਲੈਂਦੇ ਨੇ ਕਿ ਅੱਗੋਂ ਮੈਂ ਕੀ ਜਵਾਬ ਦੇਵਾਂ, ਕੀ ਕੁਝ ਕਰਾਂ। ਬਟ ਅਮਿਤ ਸ਼ਾਹ ਜਿਹੜੇ ਨੇ ਉਹ ਇੱਕ ਵਾਰ ਵੀ ਉਹਨਾਂ ਕੋਲ ਨਹੀਂ ਜਾਂਦੇ, ਬਟ 5 ਵਾਰ, ਹਜੇ ਤਾਂ ਹੋਰ ਪਤਾ ਨਹੀਂ ਕਿੰਨੇ ਗੇੜੇ ਲੱਗਣੇ ਨੇ ਇਹਨਾਂ ਦੇ। ਸੋ ਉਨੀ ਵਾਰੀ ਉੱਥੇ ਲੋਕਾਂ ਕੋਲ ਜਾਣਗੇ, ਉਹਨਾਂ ਦੇ ਘਰੇ ਜਾ ਕੇ ਰਾਸ਼ਨ ਵੀ ਖਾਣਗੇ, ਉਹਨਾਂ ਨੂੰ ਬਹਿ ਕੇ ਚਾਹਾਂ ਵੀ ਪੀਣਗੇ। ਪਰ ਇੱਕ ਵਾਰ ਉਹਨਾਂ ਲੋਕਾਂ ਦੇ ਕੋਲ ਨਹੀਂ ਜਾ ਕੇ ਬਹਿ ਰਹੇ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਇਲੈਕਸ਼ਨ ਟਾਈਮ ਤੁਸੀਂ ਉਹਨਾਂ ਘਰ ਵੀ ਗਏ ਹੋਵੋਗੇ, ਉਹਨਾਂ ਨਾਲ ਵੀ ਤੁਸੀਂ ਚੰਗੇ ਤਰਲੇ ਤੁਰਲੇ ਕੱਢੇ ਹੋਣਗੇ। ਪਰ ਹੁਣ ਇਲੈਕਸ਼ਨ ਉੱਥੇ ਨਹੀਂ ਨੇ ਤਾਂ ਤੁਸੀਂ ਉੱਥੇ ਆਹ ਹਾਲ ਕਰ ਰਹੇ ਹੋ। ਦੇਖੋ, ਬੜਾ ਚਿਰ ਫੁੱਲੀਆਂ ਛਕ ਲੀਆਂ। ਤੁਸੀਂ ਦੇਖੋ, ਕਈ ਵਾਰੀ ਕੋਈ ਗੁਰਦੁਆਰੇ ਲੱਗ ਜਾਵੇ ਜਾਂ ਫਿਰ ਕਿਸੇ ਹੋਰ ਜਿਹੜੇ ਧਾਰਮਿਕ ਸਥਾਨ ਦੇ ਉੱਤੇ ਕੋਈ ਇਦਾਂ ਦਾ ਬੰਦਾ, ਕਰਪਟ ਬੰਦਾ ਲੱਗ ਜਾਵੇ ਤਾਂ ਕੀ ਕਰਦਾ ਹੁੰਦਾ, ਫੁੱਲੀਆਂ ਜਿਹੜੀਆਂ ਨੇ ਉਹਨੇ ਆਮ ਲੋਕਾਂ ਨੂੰ ਪ੍ਰਸ਼ਾਦ ਦੇਣਾ। ਤੇ ਜੇ ਕਿਤੇ ਬਰਫੀ ਵਾਲਾ ਡੱਬਾ ਆ ਗਿਆ ਤੇ ਉਹਨੇ ਕਹਿਣਾ ਵੀ ਸ਼ਾਮ ਨੂੰ ਘਰ ਲੈ ਜਾਾਂਗੇ, ਤੇ ਘਰ ਫਿਰ ਪ੍ਰਾਹੁਣਿਆਂ ਦੇ ਸਾਹਮਣੇ ਬਰਫੀ ਲਿਆ ਕੇ ਤੇ ਆਪਣੀ ਤੜ ਮਚਾ ਦੇਣੀ ਵੀ ਮੈਂ ਤਾਂ ਬਰਫੀ ਨਾਲ ਚਾਹ ਪਿਲਾ ਦਿੱਤੀ ਆ। ਇਦਾਂ ਹੀ ਸਰਕਾਰ ਕਰਦੀ ਰਹੀ ਆ। ਪਹਿਲਾਂ ਫੁੱਲੀਆਂ ਪਾਉਣ ਦੀ ਕੋਸ਼ਿਸ਼ ਕੀਤੀ, ਜਿਹੜੇ ਬਰਫੀ ਸੀ, ਜਿਹੜੇ ਡਰਾਈ ਫਰੂਟ ਸੀਗੇ, ਉਹ ਇਕੱਲੇ ਕਿਤੇ ਬਹਿ ਕੇ ਖਾਂਦੇ ਰਹੇ। ਤੇ ਹੁਣ ਸਰਕਾਰ ਨੂੰ ਇਹ ਲੱਗਦਾ ਵੀ ਬਈ ਇਹ ਤੇ ਇਕੱਲੀ ਫੁੱਲੀਆਂ ਦੇ ਨਾਲ ਬੱਲਣ ਵਾਲੇ ਨਹੀਂਗੇ। ਬਹੁਤ ਵਾਰੀ ਉਹਨਾਂ ਨੇ ਕਿਹਾ ਵੀ ਅਮੈਂਡਮੈਂਟ ਕਰ ਦਿੰਦੇ ਆ, ਉਹਨਾਂ ਨੇ ਸਿੱਧੇ ਵੀ ਕਹਿ ਦਿੱਤਾ ਵੀ ਬਈ ਪੂਰਾ ਡੱਬਾ ਤੁਸੀਂ ਲੈ ਗਏ ਤੇ ਸਾਡੇ ਕੋਲ ਕੀ ਬਚਣਾ। ਤੇ ਇਹ ਇੱਕ ਤਰੀਕੇ ਨਾਲ ਮੈਨੂੰ ਲੱਗਦਾ ਕਿ ਹੁਣ ਨਿੱਤਰ ਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਜੀ। ਮੈਂ ਬਹੁਤ ਸਾਰੀ ਗੱਲ ਕਰਦਾ ਕਿ ਜਦੋਂ ਗ੍ਰਹਿ ਮੰਤਰੀ ਨਾ ਰਹਿ ਜਾਵੇ, ਜਦੋਂ ਪ੍ਰਧਾਨ ਮੰਤਰੀ ਤੁਹਾਨੂੰ ਪ੍ਰਧਾਨ ਮੰਤਰੀ ਨਾ ਲੱਗਣ ਲੱਗ ਗਏ, ਸਗੋਂ ਇਹ ਲੱਗੇ ਕਿ ਉਹ ਕਿਸੇ ਪਾਰਟੀ ਦਾ ਕੈਂਡੀਡੇਟ ਹੈ, ਤਾਂ ਤੁਸੀਂ ਸਮਝ ਲਓ ਤੁਹਾਡੇ ਦੇਸ਼ ਦਾ ਬੇੜਾ ਬੰਨੇ ਹੋ ਗਿਆ। ਹੁਣ ਬੀਜੇਪੀ ਜਦੋਂ ਦੀ ਆਈ ਹੈ ਉਹ ਇਦਾਂ ਲੱਗਦੀ ਹੈ ਕਿ ਇਹ ਪਾਰਟੀ ਨੂੰ ਬਹੁਤ ਆਦਤ ਦੇ ਰਹੇ ਨੇ। ਪਾਰਟੀ ਜਿਹੜੀ ਹੈ ਇਹਨਾਂ ਦੇ ਲਈ ਸਭ ਕੁਝ ਹੈ, ਪਾਰਟੀ ਤੋਂ ਬਿਨਾਂ ਇਹ ਗੱਲ ਨਹੀਂ ਕਰਦੇ ਜੀ। ਪ੍ਰਧਾਨ ਮੰਤਰੀ ਜਦੋਂ ਬਿਹਾਰ ਦੇ ਇਲੈਕਸ਼ਨਸ ਹੁੰਦੀਆਂ ਇਦਾਂ ਧੂਆਂ ਤਾਰ ਰੈਲੀਆਂ ਕਰਦੇ ਆ। ਇੱਕ ਗਰਿਮਾ ਹੁੰਦੀ ਪ੍ਰਧਾਨ ਮੰਤਰੀ ਦੀ, 2 ਵਾਰੀ ਜਾਵੇ 1 ਵਾਰੀ ਜਾਵੇ। ਤੁਸੀਂ ਦੇਖੋ ਜੀ, ਇਹਨਾਂ ਨੂੰ ਡਰ ਸੀ ਕਿ ਤੇਜਸਵੀ ਯਾਦਵ ਜਿੱਤ ਜਾਣਾ, ਇਹਨਾਂ ਨੇ ਆਪਣਾ ਪੂਰੀ ਬਾਹ ਲਾ ਦਿੱਤੀ ਜੀ। ਫਿਰ ਉਹ ਪ੍ਰਧਾਨ ਮੰਤਰੀ ਨਹੀਂ ਸੀ ਲੱਗਦੇ, ਉਹ ਤੁਹਾਨੂੰ ਬੀਜੇਪੀ ਦੇ ਇੱਕ ਤਰੀਕੇ ਦੇ ਨਾਲ ਕਾਰਜਕਰਤਾ ਲੱਗਦੇ ਸੀ ਵੀ ਬਈ ਇਹ ਬੀਜੇਪੀ ਦੇ ਕਾਰਜਕਰਤਾ ਹੈ ਜੀ। ਸੋ ਇਦਾਂ ਹੀ ਹੁਣ ਜਿਹੜਾ ਹੋਮ ਮਿਨਿਸਟਰੀ ਆ, ਅਗਲਿਆਂ ਕੋਲੇ ਹੋਮ ਮਿਨਿਸਟਰੀ ਆ। ਤੁਸੀਂ ਦੇਖਿਆ ਹੋਣਾ ਕਿ ਕੱਲ ਤ੍ਰਿਣਮੂਲ ਕਾਂਗਰਸ ਦਾ ਇੱਕ ਨੇਤਾ ਆ, ਉਹ ਸਟੇਸ਼ਨ ਦੇ ਉੱਤੇ ਬੈਠਾ ਤੇ ਬਲਾਸਟ ਹੋ ਜਾਂਦਾ। ਹੁਣ ਹੋਮ ਮਿਨਿਸਟਰੀ ਕਿਹਦੇ ਹੱਥ ਹੈ, ਜਵਾਬਦੇਹੀ ਕਿਹਦੇ ਵੀ ਆ। ਬਈ ਉਹ ਜਵਾਬਦੇਹੀ ਨਹੀਂ ਹੋਣੀ, ਉਹਨਾਂ ਨੇ ਇਲੈਕਸ਼ਨ ਕੈਂਪੇਨ ਲਾਉਣੀ ਆ ਉੱਥੇ। ਸਿੱਧੇ ਇਹਨਾਂ ਨੇ ਬੜੇ ਨੇਤਾ ਨੇ ਕਿਹਾ ਵੀ ਤ੍ਰਿਣਮੂਲ ਕਾਂਗਰਸ ਦੇ ਵਿੱਚ ਜਿਹੜੀ ਬੀਬੀ ਹੈ ਉਹ ਕੱਲੀ ਰਹਿ ਜੂਗੀ, ਅਸੀਂ ਤਾਂ ਸਾਡੇ ਜਿਹੜੇ ਆ ਚਾਹੇ ਜਿੱਦਾਂ ਵੀ ਲਈਏ ਅਸੀਂ ਸਾਰੇ ਐਮਐਲਏ ਆਪਣੇ ਵਾਲੇ ਖਿੱਚ ਲੈਣੇ ਆ। ਉਹ ਸਭ ਨੂੰ ਪਤਾ ਵੀ ਐਮਐਲਏ ਕਿੱਦਾਂ ਖਿੱਚਦੇ ਆ, ਕਿਹੜਾ ਲਾਲਚ ਦਿੰਦੇ ਆ, ਕਿਹੜਾ ਚੁੰਬਕ ਇਹਨਾਂ ਦੇ ਕੋਲ ਹੈ। ਇਹਨਾਂ ਦੇ ਕੋਲ ਇੱਕ ਹੀ ਚੁੰਬਕ ਹੈ ਜਿਹੜਾ ਰਾਤੋਂ ਰਾਤ ਹੀ ਚੱਲਦਾ ਹੈ ਤੇ ਰਾਤੋਂ ਰਾਤ ਹੀ ਬੜੇ ਸਾਰੇ ਐਮਐਲਏ ਆਪਣੇ ਵੱਲ ਖਿੱਚ ਲੈਂਦਾ ਹੈ। ਜਦੋਂ ਬੀਜੇਪੀ ਦੀ ਗੱਲ ਹੁੰਦੀ ਹੈ ਤੇ ਅਨਡੈਮੋਕ੍ਰੇਟ, ਅਨਐਜੂਕੇਟਡ, ਅਨਕਨਸਟੀਟਿਊਸ਼ਨਲ ਪਾਰਟੀ ਹੈ, ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਕਰ ਰਹੇ ਨੇ, ਕਿਸ ਤਰੀਕੇ ਦੇ ਨਾਲ ਕਰ ਰਹੇ ਨੇ। ਇੰਨੀਆਂ ਜ਼ਿਆਦਾ ਡਿਕਟੇਟਰਾਨਾ ਜਰੂਚੀਆਂ ਨੇ ਇਹਨਾਂ ਦੇ ਵਿੱਚ। ਇਹਨਾਂ ਨੂੰ ਲੱਗਦਾ ਜਿਹੜੀ ਗੱਲ ਅਸੀਂ ਕਹਿ ਦਿੱਤੀ ਬਈ ਉਹ ਸਹੀ ਹੈ। ਕਈ ਵਾਰ ਇਦਾਂ ਹੁੰਦਾ ਨਾ ਕਿ ਤੁਹਾਡਾ ਬਜ਼ੁਰਗ ਘਰ ਦਾ ਬੜਾ ਹੀ ਅੜਬ ਜਿਹਾ ਹੁੰਦਾ ਹੈ ਜੀ, ਤੁਸੀਂ ਉਹਨੂੰ ਕਹੋ ਵੀ ਪਾਪਾ ਜੀ ਆਪਾਂ ਇਦਾਂ ਕਰਨਾ ਵੀ ਮੁੰਡੇ ਦੇ ਵਿਆਹ ਤੇ ਇਸ ਵਾਰੀ ਗਾਉਣ ਵਾਲਾ ਸੱਦ ਲਈਏ, ਤੇ ਪਾਪਾ ਤੁਹਾਡੀ ਉਹ ਰੇਲ ਬਣਾਉਂਦਾ, ਤੁਸੀਂ ਕਹਿੰਦੇ ਜੀ ਮੈਂ ਕਿਹੜੀ ਗੱਲੋਂ ਪੁੱਛ ਬੈਠਾ। ਚਲੋ ਇਹ ਤਾਂ ਗਲਤ ਗੱਲ ਹੈ ਨਾ, ਵੀ ਚਲੋ ਇੱਥੇ ਤੇ ਪਾਪਾ ਜੀ ਸਹੀ ਹੋ ਗਏ। ਕਹਿ ਰਹੇ ਤੁਸੀਂ ਪਾਪਾ ਜੀ ਨੂੰ ਕਹਿੰਦੇ ਆ ਵੀ ਪਾਪਾ ਜੀ ਆਪਾਂ ਥੋੜਾ ਇਕੱਠ ਕਰਨਾ, ਤੇ ਕਈ ਵਾਰ ਪਾਪਾ ਜੀ ਕਹਿੰਦਾ ਨਾ ਪਿੰਡ 'ਚ ਆਪਣਾ ਕੋਈ ਰਸੂਖ ਆ, ਥੋੜਾ ਇਕੱਠ ਨਾਲ ਕਿੱਥੇ ਗੱਲ ਬਣਨੀ ਆ ਜੀ, ਇਕੱਠ ਤਾਂ ਪੂਰਾ ਹੀ ਹੋਊਗਾ। ਇਹ ਇਦਾਂ ਦੀ ਗੱਲ ਆ ਕਿ ਜਿਹੜੀ ਗੱਲ ਆਪ ਕਹਿ ਦਿੱਤੀ, ਚਾਹੇ ਉਹ ਗਲਤ ਹੋਵੇ ਚਾਹੇ ਸਹੀ ਹੋਵੇ, ਅਸੀਂ ਉਹ ਗਲਤ ਦੇ ਉੱਤੇ ਖੜੇ ਹੋਏ ਆ, ਅੜੇ ਰਹਿਣਾ।
ਚਾਹੇ ਲੋਕਾਂ ਦੇ ਜਿਹੜੇ ਆ ਪਤਾਸੇ ਰੁੜ ਜਾਣ, ਲੋਕਾਂ ਦੇ ਜਿਹੜੇ ਭਰੇ ਭਰੇ ਥਾਲ ਰੁੜ ਜਾਣ, ਅਸੀਂ ਉਸ ਗੱਲ ਦੇ ਅੜੇ ਹਾਂ ਜਿਹੜੀ ਸਾਡੀ ਮੂੰਹ ਚੋਂ ਇੱਕ ਵਾਰ ਨਿਕਲ ਗਈ ਹੈ। ਜੀ ਵਾਕਈ ਅੜੇ ਤੇ ਹੈਗੇ ਨੇ, ਬੇਸ਼ਰਮੀ ਜਿਹੜੀ ਹੈ ਉਹ ਸਰਕਾਰ ਲਗਾਤਾਰ ਦਿਖਾ ਰਹੀ ਹੈ, ਪਰ ਸੇਮ ਟਾਈਮ ਤੇ ਹੋਰਾਂ ਮੁੱਦਿਆਂ ਦੇ ਵਿੱਚ ਵੀ ਮੈਂ ਕਹਿੰਦਾ ਸਾਨੂੰ ਝਾਤ ਪਾ ਲੈਣੀ ਚਾਹੀਦੀ ਹੈ, ਕਿਉਂਕਿ ਜੇਕਰ ਅਸੀਂ ਪੈਟਰੋਲ ਡੀਜ਼ਲ ਦੀ ਜੇਕਰ ਗੱਲ ਕਰੀਏ ਤਾਂ ਜਿਹੜੇ ਰੇਟ ਨੇ ਅਸਮਾਨਾਂ ਨੂੰ ਛੂਹ ਰਹੇ ਨੇ, ਤੇ ਆਮ ਵਿਅਕਤੀ ਚਾਹ ਕੇ ਵੀ ਕੁਝ ਬੋਲ ਨਹੀਂ ਪਾ ਰਿਹਾ, ਕਿਉਂਕਿ ਸ਼ਾਇਦ ਡਰਦਾ ਹੈ ਕਿ ਕਿਤੇ ਨਾ ਕਿਤੇ ਕੋਈ ਧਾਰਨਾ ਲੱਗ ਜਾਵੇ, ਕੋਈ ਵੱਖਰੀ ਮੈਂ ਕਹਿੰਦਾ ਕਿ UAP ਨਾ ਲਾ ਦੇ ਕਿ ਦੇਸ਼, ਕਿਉਂਕਿ ਕਾਫੀ ਸਾਰੇ ਨਿਊਜ਼ ਚੈਨਲ ਤਾਂ ਇੱਕ ਪੂਰਾ ਡਿਬੇਟ ਸ਼ੋ ਕਰ ਰਹੇ ਨੇ ਕਿ ਜਿਹੜੇ ਪੈਸੇ ਵਧੇ ਹੋਏ ਨੇ ਉਹ ਤਾਂ ਸਰਕਾਰ ਹਿੱਤ ਵਿੱਚ, ਦੇਸ਼ ਹਿੱਤ ਵਿੱਚ ਪੈਸੇ ਜਿਹੜੇ ਨੇ ਉਹ ਵਧਾਏ ਜਾ ਰਹੇ ਨੇ। ਸੋ ਆਹ ਜਿਹੜੀਆਂ ਮਸਲੇ ਨੇ, ਆਹ ਜਿਹੜੀ ਗੱਲਾਂ ਨੇ ਸਾਹਮਣੇ ਆ ਰਹੀਆਂ ਨੇ। ਸੋ ਮੈਨੂੰ ਤੁਹਾਡੇ ਵਾਂਗੂ ਇੱਕ ਛੋਟਾ ਜਿਹਾ ਜੋਕ ਯਾਦ ਆਇਆ ਕਿ ਇੱਕ ਬੰਦਾ ਜੀ ਇੱਕ ਬਾਬੇ ਨੂੰ ਪੈਸੇ ਦੇਵੇ, ਤੇ ਪੈਸੇ ਦਿੱਤੇ ਉਹਨੇ 10 ਰੁਪਏ ਦਿੱਤੇ ਉਹਨੇ, ਤੇ ਬਾਬਾ ਕਹਿੰਦਾ ਯਾਰ ਤੂੰ ਤਾਂ ਮੈਨੂੰ ਕਿਸੇ ਟਾਈਮ ਤੇ 100 ਵੀ ਦਿੰਦਾ ਰਿਹਾ ਵਾ, ਪਿੱਛੇ ਜੀ ਮੈਨੂੰ 50 ਵੀ ਦਿੱਤੇ ਨੇ, ਹੁਣ ਪਰਸੋਂ ਮੈਨੂੰ 20 ਵੀ ਦਿੱਤੇ ਨੇ, ਅੱਜ 10 ਦੇ ਰਹੇ ਨੇ। ਉਹਨੇ ਸਮਝਾਇਆ, ਕਹਿੰਦਾ ਬਾਬਾ ਜੀ ਇੱਦਾਂ ਵਾ ਕਿ ਪਹਿਲਾਂ ਮੈਂ ਸੀਗਾ ਪਹਿਲਾਂ ਸਿੰਗਲ, ਫਿਰ ਕਹਿੰਦਾ ਮੇਰਾ ਹੋ ਗਿਆ ਵਿਆਹ, ਕਹਿੰਦਾ ਹੁਣ ਹੋ ਗਏ ਮੇਰੇ ਨਿਆਣੇ, ਤੇ ਬਾਬਾ ਕਹਿੰਦਾ ਵੀ ਮਤਲਬ ਸਾਡੇ ਸਿਰ ਤੇ ਐਸ਼ ਕਰ ਰਹੇ ਆ। ਕਹਿਣ ਦਾ ਮਤਲਬ ਹੈ ਕਿ ਸਰਕਾਰ ਜਿਹੜੀ ਏ ਆਪਣਾ, ਹਰ ਇੱਕ ਨੂੰ ਪਤਾ ਹੈ ਕਿ ਸਰਕਾਰ ਇਸ ਵਕਤ ਬਹੁਤ ਜ਼ਿਆਦਾ ਘਾਟੇ ਵਿੱਚ ਹੈ, ਕਾਫੀ ਸਾਰਾ ਨੁਕਸਾਨ ਉਹਨਾਂ ਨੂੰ ਹੋ ਗਿਆ। ਵੈਸੇ ਨੁਕਸਾਨ ਤਾਂ ਪਹਿਲਾਂ ਹੀ ਹੋ ਗਿਆ ਸੀਗਾ, ਕਰੋਨਾ ਵਾਇਰਸ ਤੇ ਮੱਥੇ ਐਵੇਂ ਮੜ ਦਿੱਤਾ ਕਿ ਕਰੋਨਾ ਆ ਗਿਆ ਬਈ ਤਾਂ ਨੁਕਸਾਨ ਹੋ ਗਿਆ, ਤਾਂ GDP ਡਿੱਗੀ, ਜਦ ਕਿ ਪਹਿਲਾਂ ਹੀ ਜਿਹੜੇ ਇਹਨਾਂ ਦੇ ਕੰਮ ਸੀਗੇ ਦੇਸ਼ਾਂ ਵਿਦੇਸ਼ਾਂ 'ਚ ਗੇੜੇ ਲਾਉਣ ਨਾਲ ਕੁਝ ਬਣਿਆ ਨਹੀਂ, ਉਹ ਲੋਕਾਂ ਨੂੰ ਸਾਫ਼ ਪਤਾ ਲੱਗ ਗਿਆ। ਤੇ ਇਹਨਾਂ ਨੇ ਫਿਰ ਜੀ GDP ਜਿਹੜੀ ਡਿੱਗੀ ਆ ਉਹਦੇ ਲਈ ਹੁਣ ਸਰਕਾਰੀ ਕੰਪਨੀਆਂ ਵੇਚੀਆਂ ਜਾ ਰਹੀਆਂ ਨੇ। ਪੈਟਰੋਲ ਦੇ ਪ੍ਰਾਈਸ ਇੰਨੇ ਜ਼ਿਆਦਾ ਵੱਧ ਰਹੇ ਨੇ ਕਿਉਂਕਿ ਆਹੀ ਸਰਕਾਰ ਜਿਹੜੀ ਹੈ ਜਦੋਂ ਓਪੋਜੀਸ਼ਨ ਵਿੱਚ ਸੀਗੀ ਤਾਂ ਕੱਪੜੇ ਲਾਉਣ ਤੇ ਆ ਗਈ ਸੀਗੀ, ਸਿਲੰਡਰ ਜਿਹੜੇ ਸੀਗੇ ਸੜਕਾਂ ਤੇ ਅੱਗ ਚੱਕ ਕੇ ਮੰਤਰੀਆਂ ਤੇ ਬਹਿ ਗਏ ਸੀਗੇ ਕਿ ਹਾਹਾਕਾਰ ਮਚਾਤੀ, ਬਹੁਤ ਜ਼ਿਆਦਾ ਮਹਿੰਗਾਈ ਹੋ ਗਈ, ਬਹੁਤ ਜ਼ਿਆਦਾ ਮਹਿੰਗਾਈ ਹੋ ਗਈ ਹੈ। ਪਰ ਅੱਜ ਕੱਲ ਦੇਖੋ ਕੌਣ ਪੁੱਛ ਰਿਹਾ ਸਰਕਾਰਾਂ ਨੂੰ ਕਿ ਮਹਿੰਗਾਈ ਕਿੰਨੀ ਹੋ ਗਈ ਹੈ, ਕੋਈ ਬੋਲ ਰਿਹਾ? ਸੋ ਪਿੱਛੇ ਜੀ ਇੱਕ ਫੋਟੋ ਖੈਰ ਸਾਹਿਬ ਵਾਇਰਲ ਹੁੰਦੀ ਹੈ ਜਿਸ ਵਿੱਚ ਇੱਕ ਵਿਅਕਤੀ ਜਿਹੜਾ ਹੈ ਉਹ ਹੈਲਮਟ ਲੈ ਕੇ ਤੇ ਬੈਟ ਲੈ ਕੇ ਪੈਟਰੋਲ ਪੰਪ ਤੇ ਖੜ ਜਾਂਦਾ ਤੇ ਹਵਾ 'ਚ ਚੱਕਦਾ, ਕਿਉਂਕਿ ਜਦੋਂ ਸੈਂਚਰੀ ਹੁੰਦੀ ਹੈ ਨਾ ਤਾਂ ਬੰਦਾ ਜਦੋਂ ਬੈਟ ਤੇ ਜਿਹੜਾ ਹੈਲਮਟ ਨੇ ਹਵਾ ਚੱਕਦਾ ਕਿ ਲੋ ਜੀ ਸੈਂਚਰੀ ਹੋ ਗਈ। ਸੋ ਪੈਟਰੋਲ ਦੀ ਵੀ ਸੈਂਚਰੀ ਹੋ ਚੁੱਕੀ ਹੈ, ਪਰ ਇੱਥੇ ਅਫਸੋਸ ਵਾਲੀ ਗੱਲ ਹੈ ਕਿ ਕੋਈ ਵੀ ਖੁਸ਼ ਨਹੀਂ ਹੈ ਕਿਉਂਕਿ 100 ਰੁਪਈਆ ਜਿਹੜਾ ਰੇਟ ਇਹ ਹੋ ਗਿਆ, ਕਿਉਂਕਿ ਲੋਕਾਂ ਦੀ ਜੇਬ 'ਚ ਪੈਸੇ ਜਾ ਰਹੇ ਨੇ, ਇੰਨੀ ਜ਼ਿਆਦਾ ਮੈਂ ਕਹਿੰਦਾ ਮਹਿੰਗਾਈ ਵਧਦੀ ਜਾ ਰਹੀ, ਕਿਉਂਕਿ ਹਰ ਇੱਕ ਨੂੰ ਪਤਾ ਹੈ ਕਿ ਜਦੋਂ ਪੈਟਰੋਲ ਤੇ ਡੀਜ਼ਲ ਦੇ ਰੇਟ 200 ਜਦੋਂ ਵੱਧਦੇ ਨੇ ਤਾਂ ਹਰ ਚੀਜ਼ ਮਹਿੰਗੀ ਹੋਣੀ ਸ਼ੁਰੂ ਹੋ ਜਾਂਦੀ ਹੈ, ਚਾਹੇ ਸਬਜ਼ੀਆਂ ਹੋਣ ਚਾਹੇ ਕੋਈ ਹੋਰ ਚੀਜ਼ ਹੋਵੇ, ਕਿਉਂਕਿ ਟਰਾਂਸਪੋਰਟ ਜਿਹੜਾ ਹੈ ਡਾਇਰੈਕਟਲੀ ਇਸ ਪੈਟਰੋਲ ਡੀਜ਼ਲ ਤੇ ਹੀ ਡਿਪੈਂਡ ਕਰਦਾ ਹੈ। ਪਰ ਸਰਕਾਰਾਂ ਜਿਹੜੀਆਂ ਨੇ ਲੱਗਦਾ ਸ਼ਾਇਦ ਉਹ ਵੀ ਪੈਟਰੋਲ ਡੀਜ਼ਲ ਉੱਤੇ ਹੀ ਡਿਪੈਂਡ ਕਰਦੀਆਂ, ਤੇ ਪੈਟਰੋਲ ਡੀਜ਼ਲ ਵੀ ਕਹਿੰਦਾ ਹੋਣਾ ਜਾਂ ਗਰੀਬ ਬੰਦਾ ਵੀ ਕਹਿੰਦਾ ਹੋਣਾ ਕਿ ਬਈ ਸਾਡੇ ਸਿਰ ਤੇ ਐਸ਼ਾ, ਕਿਉਂਕਿ ਜਿਹੜਾ ਗਰੀਬ ਬੰਦਾ ਹੈ ਉਹੀ ਮਾਰ ਚੱਲ ਰਿਹਾ ਹੈ, ਕਿਉਂਕਿ ਅਮੀਰਾਂ ਦੇ ਤੇ ਟੈਕਸ ਵੇਵ ਕਰ ਦਿੱਤੇ ਜਾਂਦੇ ਨੇ। ਖੈਰ ਸਾਹਿਬ ਇੰਨੇ ਸਾਰੇ ਜਿਹੜੇ NPA ਘੋਸ਼ਿਤ ਕਰ ਦਿੰਦੇ ਨੇ ਕਿ ਨੋਨ ਪਰਫਾਰਮਿੰਗ ਐਸੈਟ, ਕਿ ਲੋ ਜੀ ਇੱਥੋਂ ਪੈਸਾ ਨਹੀਂ ਸਾਨੂੰ ਮਿਲਣਾ, ਇਹਨੂੰ ਜੀ NPA ਘੋਸ਼ਿਤ ਕਰ ਦਿਓ। ਕਾਫੀ ਸਾਰੇ ਜਿਹੜੇ ਇਹਨਾਂ ਦੇ ਬਹੁਤੇ ਹਮਾਇਤੀ ਨੇ ਜਾਂ ਬਹੁਤੇ ਕਰੀਬੀ ਨੇ ਉਹ ਬਾਹਰ ਚਲ ਜਾਂਦੇ ਨੇ, ਉਹਨਾਂ ਦੇ ਕੇਸ ਚੱਲਦੇ ਰਹਿੰਦੇ ਨੇ, ਕਿਉਂਕਿ ਹਰ ਇੱਕ ਨੂੰ ਪਤਾ ਸੁਣਵਾਈ ਤਾਂ ਹੋਣੀ ਨਹੀਂ। ਸੋ ਵਾਪਸ ਆਣੇ ਨੇ ਨੀਰਵ ਮੋਦੀ, ਲਲਿਤ ਮੋਦੀ, ਹੋਰ ਵੀ ਕਿੰਨੇ ਸਾਰੇ ਨਾਮ ਹੋਣਗੇ। ਸੋ ਸਰਕਾਰ ਜਿਹੜੀ ਹੈ ਗਰੀਬਾਂ ਦੇ ਸਿਰ ਤੇ ਐਸ਼ ਕਰ ਰਹੀ ਹੈ, ਗਰੀਬਾਂ ਦੀ ਜੇਬ 'ਚ ਹੋਰ ਡੂੰਘਾ ਹੱਥ ਪਾ ਰਹੀ ਹੈ ਕਿ ਜੋ ਕੁਝ ਪੱਲੇ ਹੈ ਕੱਢ ਕੇ ਦੇ ਦੇ, ਅਸੀਂ ਤਾਂ ਬਈ ਇੱਦਾਂ ਹੀ ਚੱਲਾਂਗੇ। ਸੋ ਬੇਸ਼ਰਮੀ ਕਿਸਾਨੀ ਅੰਦੋਲਨ ਦੇ ਨਾਲ ਤੇ ਚੱਲ ਹੀ ਰਹੀ ਹੈ, ਸੇਮ ਟਾਈਮ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਉੱਤੇ ਵੀ ਸਾਨੂੰ ਚਰਚਾ ਖਾਸ ਕਰਨੀ ਪੈਂਦੀ ਹੈ। ਦੇਖੋ ਜਦੋਂ ਬੱਸ 'ਚ ਵਿੱਚ ਬੁੜੀਆਂ ਬੈਠਦੀਆਂ ਨੇ ਤੇ ਕੰਡਕਟਰ ਆ ਜਾਂਦਾ ਟਿਕਟ ਕੱਟਣ, ਤੇ ਉਹ ਕਹਿੰਦਾ ਜੀ 10 ਰੁਪਏ ਨਿਗੇ ਹੁਣ 15 ਰੁਪਏ ਆ, ਤੇ ਨਾਲ ਦੀ ਖਿੱਚ ਕੇ ਕਹਿੰਦੀ ਵੀ ਪਿਛਲੀ ਵਾਰੀ ਮੈਂ 4 ਨਿਆਣੇ ਲਾਈ ਸੀ ਉਦੋਂ ਵੀ ਤਾਂ 10 ਰੁਪਏ ਸੀ, ਹੁਣ ਤੂੰ ਕਾਹਤੋਂ ਵਧਾ ਲਏ? ਉਹ ਕਹਿੰਦਾ ਜੀ ਤੇਲ ਵੱਧ ਗਿਆ। ਤੇ ਫਿਰ ਬੁੜੀਆਂ ਉੱਚੀ ਉੱਚੀ ਗਾਲਾਂ ਕੱਢ ਲੈਂਦੀਆਂ, ਅੱਗ ਲੱਗ ਜੇ ਸਰਕਾਰ ਨੂੰ, ਇਹਨਾਂ ਨੇ ਤੇਲ ਵਧਾ ਦਿੱਤਾ। ਹੁਣ ਗਾਲ ਨਹੀਂ ਕੱਢੀ ਜਾਂਦੀ, ਹੁਣ ਰੌਲਾ ਨਹੀਂ ਪਾਇਆ ਜਾਂਦਾ ਜੀ, ਤੇਲ ਕਿੰਨਾ ਹੀ ਵੱਧ ਗਿਆ। ਮੈਨੂੰ ਲੱਗਦਾ ਕਿ ਕੋਈ ਮੁਜ਼ਾਹਰਾ ਨਹੀਂ ਹੋਇਆ, ਕੋਈ ਗੱਲ ਨਹੀਂ ਕਹੀ। ਸ਼ਾਇਦ ਤੁਹਾਡੀ ਗੱਲ ਸਹੀ ਹੈ ਕਿ ਗੱਲ ਉਹੀ ਹੈ ਕਿ ਜੇ ਕੋਈ ਬੋਲ ਰਿਹਾ ਤੇ ਉਹਦੇ ਉੱਤੇ ਦੇਸ਼ ਧਰੋਹ ਲੱਗਣਾ ਸ਼ੁਰੂ ਹੋ ਜਾਂਦਾ, ਜਾਂ ਫਿਰ UAPA ਲਾ ਕੇ ਉਹਨੂੰ ਕਹਿੰਦੇ ਜੀ ਤੇਰੇ ਤੇ ਸੁਣਵਾਈ ਵੀ ਨਹੀਂ ਹੁਣ ਤੂੰ ਸਿੱਧਾ ਸਲਾਖਾਂ ਦੇ ਪਿੱਛੇ ਆ। ਇਸੇ ਡਰ ਦੇ ਨਾਲੋਂ, ਇਸੇ ਖੋਹ ਦੇ ਨਾਲੋਂ ਕੋਈ ਬੋਲਦਾ ਨਹੀਂ ਜੀ। ਦੂਸਰੀ ਤੁਸੀਂ ਗੱਲ ਕੀਤੀ GDP ਦੀ, GDP ਲਗਾਤਾਰ ਮਾਈਨਸ ਸੀ ਕਰੋਨਾ ਤੋਂ ਪਹਿਲਾਂ। ਨਿਆਣੇ ਦਾ ਤਾਲੂ ਡਿੱਗਦਾ ਹੁੰਦਾ, ਤੁਹਾਨੂੰ ਪਤਾ ਹੋਣਾ, ਨਿਆਣੇ ਦੇ ਤਾਲੂ ਡਿੱਗ ਜਾਂਦੇ ਅਕਸਰ, ਤੇ ਅਸੀਂ ਪਿੰਡ ਦੇ ਵਿੱਚੋਂ ਬੰਦਾ ਸਲਾਉਂਦੇ ਹਾਂ, ਫਿਰ ਦਾਈ ਬੁਲਾਉਂਦੇ ਹਾਂ ਵੀ ਆਹ ਤਾਲੂ ਚੱਕਦੇ। ਕਈ ਵਾਰੀ ਦਾਈ ਸਾਨੂੰ ਚਾਲੂ ਜੀ ਮਿਲ ਜਾਂਦੀ ਆ, ਉਹਨੂੰ ਤਾਲੂ ਚੱਕਣਾ ਨਹੀਂ ਆਉਂਦਾ, ਪਰ ਉਹ ਕਹਿੰਦੀ ਚੱਲ 4 ਪੈਸੇ ਆ ਜਾਣਗੇ ਆਪਾਂ ਤਾਲੂ ਚੱਕ ਲੈਂਦੇ ਆ। ਉਹ ਐਕਟਿੰਗ ਜੀ ਕਰ ਲੈਂਦੀ ਆ, ਤੇਲ ਮਲ ਕੇ ਕਹਿੰਦੀ ਜੀ ਤਾਲੂ ਚੱਕਿਆ ਗਿਆ, ਹੁਣ ਤੇ ਲੈ 9 ਪਰ 9 ਹੋ ਗਿਆ ਮੁੰਡਾ। ਤਾਂ ਜਦੋਂ ਫਿਰ ਦੂਸਰੇ ਦਿਨ ਫਿਰ ਜਦੋਂ ਜਾਂਦੀ ਆ ਤੇ ਜਿੰਨਾ ਚਿਰ ਮਲੇ ਦਾ ਅਸਰ ਰਹਿੰਦਾ, ਦੂਸਰੇ ਦਿਨ ਫਿਰ ਉਹਦਾ ਤਾਲੂ ਡਿੱਗ ਜਾਂਦਾ। ਉਹ ਦੂਸਰੇ ਦਿਨ ਫਿਰ ਆਉਂਦੀ, ਕਹਿੰਦੀ ਹੁਣ ਮੈਨੂੰ 5 ਦਿਨ ਆਉਣਾ ਪੈਣਾ, ਮੈਨੂੰ 100 ਦੇ ਦਿਓ ਤੇ ਮੈਂ ਤਾਲੂ ਚੱਕਦੀ ਰਹੂੰਗੀ। ਇਹ ਤਾਲੂ ਚੱਕਣ ਵਾਲੀ ਗੱਲ ਆ। GDP ਵੀ ਇਹ ਸਿੱਟੀ ਜਾਂਦੇ ਨੇ, ਇਹਨਾਂ ਨੂੰ ਚੱਕੜੀ ਤਾਂ ਨਹੀਂ ਆਉਂਦੀ, ਤੇ ਕਹਿੰਦੇ ਜੀ 11% ਦੇ ਨਾਲ ਅਸੀਂ ਅੱਗੇ ਵਧਾਉਣ ਡਏ ਆ। ਅੱਜ ਮੈਂ ਖਬਰ ਪੜ੍ਹਦਾ ਸੀ ਮਾਈਕਰੋ ਲੋਨ ਦੀ। ਮਾਈਕਰੋ ਲੋਨ ਇੱਕ ਤਰੀਕੇ ਨਾਲ ਸਰਕਲ ਹੈ, ਈਜ਼ੀ ਗੋ ਮਿਲ ਜਾਂਦਾ। ਪਿੰਡਾਂ ਦੇ ਵਿੱਚ ਅੱਜ ਕੱਲ੍ਹ ਸਾਡੇ ਇੱਥੇ ਜਨ ਲక్ష్ਮੀ ਵਾਲੇ ਬਹੁਤ ਮਸ਼ਹੂਰ ਹੋ ਗਏ, ਤੁਹਾਡੇ ਸ਼ਹਿਰਾਂ 'ਚ ਵੀ ਹੋਏ ਹੋਣਗੇ। ਉੱਥੇ ਬੁੜੀਆਂ ਗਰੁੱਪ ਬਣਾ ਲੈਂਦੀਆਂ ਤੇ ਕਦੇ 30,000 ਚੱਕ ਲੈਂਦੀਆਂ ਤੇ ਕਦੇ 20,000 ਚੱਕ ਲੈਂਦੀਆਂ, ਆਟੋ ਭਰ ਕੇ ਜਾਂਦੀਆਂ। ਤੇ ਜਦੋਂ 30,000 ਹੱਥ ਆ ਜਾਂਦਾ ਤੇ ਫਿਰ ਆਉਂਦੀਆਂ ਸ਼ਾਪਿੰਗ ਵੀ ਕਰ ਲੈਂਦੀਆਂ ਤੇ ਸੌਦਾ ਸਿੱਟਾ ਵੀ ਸਿੱਟ ਲੈਂਦੀਆਂ।
ਤੇ ਜਦੋਂ ਉਹ 30,000 ਦੇਣ ਦੀ ਵਾਰੀ ਆਉਂਦੀ ਆ ਤੇ ਫਿਰ ਉਹ ਬੜੇ ਤਰਲੇ ਲੈਂਦੀਆਂ, ਮੇਰੀ ਕਿਸ਼ਤ ਟੁੱਟ ਜਾਣੀ, ਮੇਰਾ 500 ਤੇ ਮੇਰਾ 400 ਤੇ ਮੇਰਾ 300। ਜੀ ਹੁਣ ਮੈਂ ਅੱਜ ਉਹ ਖਬਰ ਪੜ੍ਹ ਰਿਹਾ ਸੀ, ਕਿਸੇ ਏਜੰਸੀ ਨੇ ਖਬਰ ਦਿੱਤੀ ਆ, ਉਹ ਕਹਿੰਦੇ ਜੀ ਕਈ ਬੁੜੀਆਂ ਦੇ ਨਾਲ ਹੁਣ ਅਸੀਂ ਇੰਟਰਵਿਊ ਕਰ ਰਹੇ ਹਾਂ, ਕਈਆਂ ਦੀ ਰਿਪੋਰਟਿੰਗ ਕਰ ਰਹੇ ਹਾਂ, ਉਹ ਕਹਿੰਦੀਆਂ ਕਿ ਸਾਡਾ ਦਿਲ ਕਰਦਾ ਅਸੀਂ ਮਰ ਜਾਈਏ ਕਿਉਂਕਿ ਸਾਡੇ ਕੋਲੇ ਪੈਸੇ ਨਹੀਂ ਹੈਗੇ। ਜੀ ਈਜ਼ੀ ਗੋ ਲੋਨ ਸੀਗਾ, 30,000 ਤੇ ਤੋਂ ਚੱਕ ਲਿਆ, 30,000 ਫਲਾਨੀ ਕੰਪਨੀ ਤੋਂ ਚੱਕ ਲਿਆ। ਹੁਣ ਜਦੋਂ ਕਿਸ਼ਤ ਦੀ ਵਾਰੀ ਆਉਂਦੀ ਆ ਤੇ ਕੋਈ ਧੰਦਾ ਨਹੀਂ ਹੈਗਾ ਤੇ ਕਿਸ਼ਤ ਦੇਣੀ ਕਿੱਥੋਂ ਆ? ਜੀ ਇਹਦੇ ਵਿੱਚ ਚਲੋ ਲੋਨ ਲੈਣੇ ਵਾਲੇ ਦੀ ਤਾਂ ਬਹੁਤ ਵੱਡੀ ਗਲਤੀ ਆ, ਉਹਦੀ ਇੰਨੀ ਗਲਤੀ ਮੈਂ ਇਸ ਲਈ ਮੰਨਦਾ ਕਿਉਂਕਿ ਜਦੋਂ ਤੁਹਾਨੂੰ ਕਹਿੰਦੇ ਹੁੰਦਾ ਨਾ ਕਿ ਭੁੱਖਾ ਕੀ ਭਾਲੇ 2 ਰੋਟੀਆਂ, ਤੇ ਉਹਨੂੰ ਜਦੋਂ 2 ਰੋਟੀਆਂ ਦੇ ਦੀਆਂ ਉਹ ਕਹਿੰਦਾ ਵੀ ਆਹ ਰੋਟੀ ਵੀ ਖਾ ਲਾਂ ਤੇ ਆਹ ਵੀ ਰੋਟੀ ਖਾ ਲਾਂ। ਇਹ ਇੱਦਾਂ ਹੀ ਜਦੋਂ ਤੁਹਾਡੇ ਕੋਲੇ ਪੈਸੇ ਨਹੀਂ ਹੈਗੇ, ਤੁਸੀਂ ਪੈਸੇ ਲੈਣ ਨੂੰ ਫਿਰਦੇ ਆ। ਪਰ ਉਹਨਾਂ ਦੀ ਗੱਲ ਤਾਂ ਜਿਹੜੇ ਮਾਈਕਰੋ ਲੋਨਸ ਵਾਲੇ ਨੇ ਉਹ ਫਿਰ ਗਲ 'ਚ ਗੂਠਾ ਦਿੰਦੇ ਨੇ, ਪਹਿਲਾਂ ਤੁਸੀਂ ਕਿਉਂ ਨਹੀਂ ਇਨਕੁਆਇਰੀ ਕੀਤੀ? ਉੱਦਾਂ ਤਾਂ ਤੁਸੀਂ ਜੇ ਬਹੁਤ ਸਾਰੀਆਂ ਇਨਕੁਆਇਰੀਆਂ ਕਰਦੇ ਹੋ ਵੀ ਬੰਦਾ ਦੇਣ ਜੋਗਾ ਹੈ ਤੁਹਾਨੂੰ ਵਾਪਸ, ਕੈਪੇਬਲ ਹੈ ਕਿ ਨਹੀਂ ਹੈ। ਇੱਕ ਇਹ ਬਹੁਤ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਦਾ ਬਣੂਗਾ ਕਿ ਇਹਦੇ ਨਾਲ ਬਹੁਤ ਘਾਣ ਹੋਇਆ ਪੰਜਾਬੀ ਵਿਮਨਸ ਦਾ, ਰੂਰਲ ਔਰਤਾਂ ਦਾ, ਜਿਹੜੀਆਂ ਲੋਨ ਲੈ ਕੇ ਕਹਿੰਦੀਆਂ ਸੀ ਕਿ ਸ਼ਾਇਦ ਅਸੀਂ ਅਪਲਿਫਟ ਹੋ ਜਾਈਏ, ਜ਼ਿੰਦਗੀ ਸੋਹਣੀ ਹੋ ਜਾਵੇ, ਪਰ ਉਹ ਅੱਗੇ ਨੂੰ ਵੀ ਬੱਤਰ ਹੋ ਗਈ। ਜੀ ਸੋ ਖੈਰ ਸਾਹਿਬ, ਹੁਣ ਅਸੀਂ ਕਾਫੀ ਗੱਲਾਂ ਬਾਤਾਂ ਤੇ ਕਰ ਲਈਆਂ, ਇੱਕ ਹੋਰ ਗੱਲਬਾਤ ਕਰ ਲਈਏ ਕਿਉਂਕਿ ਮੈਨੂੰ ਲੱਗਦਾ ਕਿ ਕੰਗਣਾ ਰਣੌਤ ਜਿਹੜੀ ਹੈ ਉਹਨੂੰ ਲੱਗਦਾ ਭਾਰਤੀ ਜਿਹੜੀਆਂ ਲੋਕੀ ਜਿਹੜੀ ਗੱਲਾਂ ਕਰਦੇ ਨੇ ਉਹਨਾਂ ਦੇ ਇਨਸਲਟ ਕਰਦੇ ਨੇ, ਜਾਂ ਫਿਰ ਜਿਹੜਾ ਉਹਨਾਂ ਨੂੰ ਸਵਾਦ ਜਿਹੜਾ ਹੈ ਉਹਨਾਂ ਨੂੰ ਪਚ ਨਹੀਂ ਰਿਹਾ। ਕਦੇ ਇੰਟਰਨੈਸ਼ਨਲ ਹੁਣ ਬੇਇੱਜ਼ਤੀ ਕਰਦੇ ਆ, ਇੰਟਰਨੈਸ਼ਨਲੀ ਇਨਸਲਟ ਕਰਵਾਉਂਦੇ ਆ, ਜਾਂ ਫਿਰ ਇੰਟਰਨੈਸ਼ਨਲ ਮੁੱਦਾ ਬਣਨ ਦੀ ਕੋਸ਼ਿਸ਼ ਕਰਦੇ ਆ। ਕਿਉਂਕਿ ਹੁਣ ਪਹਿਲਾਂ ਜਦੋਂ ਕਿਸਾਨੀ ਮੁੱਦੇ ਦੇ ਉੱਪਰ ਕਿਸਾਨਾਂ ਨੂੰ ਟਾਰਗੇਟ ਕਰ ਲੈਣਾ, ਦਿਲਜੀਤ ਦੋਸਾਂਝ ਨੂੰ ਬੋਲ ਦੇਣਾ, ਜਾਂ ਹੋਣਾ ਕਾਫੀ ਮੁੱਦਿਆਂ ਦੇ ਉੱਪਰ ਕਾਫੀ ਲੋਕਾਂ ਨੂੰ ਟਾਰਗੇਟ ਕਰਕੇ ਬੋਲ ਦੇਣਾ। ਸੋ ਹੁਣ ਉਹਨਾਂ ਨੇ ਟਾਰਗੇਟ ਕੀ ਕੀਤਾ, ਬਹੁਤ ਵੱਡੀ ਜਗ੍ਹਾ ਹੱਥ ਪਾ ਲਿਆ ਉਹਨਾਂ ਨੇ, ਸਿੱਧਾ ਟਾਰਗੇਟ ਕਰਤਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਹੋਣਾ ਨੂੰ, ਜਿਹਨਾਂ ਨੂੰ ਉਹਨਾਂ ਨੇ ਪੱਪੂ 2 ਵੀ ਲਿਖ ਦਿੱਤਾ ਕਿ ਇਹ ਤਾਂ ਪੱਪੂ 2 ਨਹੀਂ, ਯਾਨੀ ਕਿ ਪੱਪੂ ਯਾਨੀ ਕਿ ਆਪਣੇ ਰਾਹੁਲ ਗਾਂਧੀ ਹੋਣੀ, ਤੇ ਇਹ ਪੱਪੂ ਪ੍ਰੋ ਨੇ, ਮਤਲਬ ਹੈ ਵੀ ਪੱਪੂ ਹੀ ਹੈ, ਬਸ ਥੋੜ੍ਹੇ ਜਿਹੇ ਐਡਵਾਂਸ ਨੇ, ਥੋੜ੍ਹੇ ਜਿਹੇ ਅਪਡੇਟਡ ਨੇ। ਸੋ ਆਹ ਜਿਹੜੀ ਵਰਡਿੰਗ ਹੈ ਲਗਾਤਾਰ ਟਵਿੱਟਰ ਦੇ ਉੱਪਰ ਉਹਨਾਂ ਵੱਲੋਂ ਯੂਜ਼ ਕੀਤੀ ਜਾ ਰਹੀ ਹੈ। ਕਾਰਨ ਕੀ ਹੈ ਕਿ ਉਹਨਾਂ ਨੇ ਸ਼ੇਅਰ ਕੀਤੀ ਉਹਨਾਂ ਦੀ ਇੱਕ ਵੀਡੀਓ ਜਿਸ ਵਿੱਚ ਬਾਈਡਨ ਸਾਹਿਬ ਸ਼ਾਇਦ ਚਾਈਨਾ ਬਾਰੇ ਗੱਲਬਾਤ ਕਰ ਰਹੇ ਨੇ, ਤੇ ਸ਼ਾਇਦ ਚਾਈਨਾ ਦੇ ਬਾਰੇ, ਕਿਉਂਕਿ ਸਾਰਿਆਂ ਨੂੰ ਪਤਾ ਜੋ ਕੋਈ ਇੱਕ ਦੇਸ਼ ਜਦੋਂ ਦੂਜੇ ਦੇਸ਼ ਬਾਰੇ ਗੱਲ ਕਰਦਾ ਸੋ ਮੀਡੀਆ ਸਾਹਮਣੇ ਉਹ ਬੜੇ ਪਿਆਰ ਨਾਲ ਗੱਲ ਕਰਦਾ, ਇੱਕ ਦੂਜੇ ਦੇਸ਼ ਦੀ ਤਾਰੀਫ ਵੀ ਕਰਦਾ, ਆਪਣੇ ਰਿਲੇਸ਼ਨ ਵੀ ਦੇਖਣੇ ਹੁੰਦੇ ਨੇ। ਸੋ ਜਿਹੜਾ ਇੱਕ ਦੇਸ਼ ਜਦੋਂ ਦੂਜੇ ਦੇਸ਼ ਬਾਰੇ ਮੀਡੀਆ ਸਾਹਮਣੇ ਜਦੋਂ ਗੱਲਬਾਤ ਕਰਦਾ ਥੋੜੀ ਪਿਆਰ ਨਾਲ ਗੱਲਬਾਤ ਕਰਨੀ ਹੁੰਦੀ ਹੈ, ਆਪਣੇ ਪੁਰਾਣੇ ਰਿਲੇਸ਼ਨਾਂ ਬਾਰੇ ਗੱਲ ਕਰਨੀ ਹੁੰਦੀ ਹੈ, ਆਪਣੇ ਆਉਣ ਵਾਲੇ ਪਲੈਨਿੰਗਸ ਬਾਰੇ ਗੱਲ ਕਰਨੀ ਹੁੰਦੀ ਹੈ। ਸੋ ਬਾਈਡਨ ਸਾਹਿਬ ਉਹ ਕਰ ਰਹੇ ਹੋਣੇ ਆ, ਤੇ ਉਹਨਾਂ ਨੂੰ ਕਹਿ ਦਿੱਤਾ ਕਿ ਬਈ ਤੁਸੀਂ ਤਾਂ ਚੰਗੇ ਲੀਡਰ ਹੀ ਨਹੀਂ ਹੋ, ਤੁਸੀਂ ਤਾਂ ਚਾਈਨਾ ਨੂੰ ਬਹੁਤੀ ਹਮਾਇਤ ਕਰੀ ਜਾ ਰਹੇ ਹੋ, ਚਾਈਨਾ ਇਸ ਟਾਈਮ ਦੇਸ਼ ਦੁਨੀਆ ਦਾ ਬਹੁਤ ਵੱਡਾ ਦੇਸ਼ ਬਣ ਚੁੱਕਿਆ ਜੋ ਕਿ ਸਭ ਕੁਝ ਕੰਟਰੋਲ ਕਰ ਰਿਹਾ, ਇਹ ਉਹ। ਸੋ ਉਹਦੇ ਉੱਪਰ ਉਹਨਾਂ ਨੇ ਬਾਈਡਨ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਲੱਗਦਾ ਕਿ ਬੜੀ ਜਲਦੀ ਹੁਣ ਇਹਨਾਂ ਦੀ ਟਰੋਲ ਹੋਣ ਦੀ ਵਾਰੀ ਵੀ ਮੈਂ ਕਹਿੰਦਾ ਆ ਚੁੱਕੀ ਹੈ, ਕਿਉਂਕਿ ਜਦੋਂ ਦਿਲਜੀਤ ਦੋਸਾਂਝ ਹੋਣਾ ਵਾਰੀ ਕੁਝ ਬੋਲੇ ਸੀਗੇ ਉਦੋਂ ਵੀ ਪੰਜਾਬੀਆਂ ਨੇ ਜਾਂ ਫਿਰ ਭਾਰਤੀਆਂ ਨੇ ਚੰਗਾ ਹੀ ਲੰਮੇ ਹੱਥੀ ਲਿਆ ਸੀ ਇਹਨਾਂ ਨੂੰ, ਤੇ ਕਾਫੀ ਦੇਰ ਟਿਕਾ ਕੇ ਬੈਠੇ ਸੀਗੇ। ਪਰ ਹੁਣ ਇੱਕ ਵਾਰ ਫੇਰ ਜਦੋਂ ਬਾਈਡਨ ਸਾਹਿਬ ਅੱਗੇ ਬੋਲਣੇ, ਮੈਨੂੰ ਲੱਗਦਾ ਹੁਣ ਇੰਟਰਨੈਸ਼ਨਲ ਸਟਾਰ ਜਿਹੜੇ ਨੇ ਉਹ ਸ਼ਾਇਦ ਹੁਣ ਇਸ ਨੂੰ ਜ਼ਰੂਰ ਖਿੱਚਣਗੇ। ਦੇਖੋ, ਜਦੋਂ ਤੁਸੀਂ ਕੰਗਣਾ ਦੀ ਗੱਲ ਕਰਦੇ ਆ ਤੇ ਮੈਂ ਬੜੀ ਆਈ ਤੁਹਾਨੂੰ ਕਿਹਾ ਵੀ ਇਹ ਤਾਂ ਦਿਮਾਗ ਤੋਂ ਪਰੇ ਦੀਆਂ ਗੱਲਾਂ ਨੇ, ਸੋ ਇਹਦੇ ਬਾਰੇ ਗੱਲ ਕਰਨਾ ਜਿਹੜਾ ਹੈ ਉਹ ਸੁਭਾਵਿਕ ਨਹੀਂ ਹੈ। ਚਲੋ ਮੈਂ ਭਾਰਤ ਤੋਂ ਸ਼ੁਰੂ ਕਰਦਾ। ਭਾਰਤ ਨੇ ਪਿੱਛੇ ਜੇ ਹੁਣ 2 ਦਿਨ ਹੋ ਗਏ ਖਬਰ ਆਉਣ ਡਈ ਹੈ ਕਿ ਪੈਂਗੋਂਗ ਤੋਂ ਆਪਣੀ ਜਿਹੜੀ ਇੱਕ ਹੈ ਫਿੰਗਰ 3 ਤੋਂ ਫਿੰਗਰ 8 ਤੋਂ ਜਿਹੜਾ ਹੈ ਦੋਨਾਂ ਧਿਰਾਂ ਨੇ, ਯਾਨੀ ਚਾਈਨਾ ਨੇ ਤੇ ਭਾਰਤ ਨੇ ਆਪਣੀਆਂ ਫੌਜਾਂ ਵਾਪਸ ਲੈ ਲਈਆਂ, ਬੰਕਰ ਵੀ ਹਟਾ ਲਏ ਨੇ, ਹੈਲੀਪੈਡ ਵੀ ਉੱਥੇ ਖਰਾਬ ਕਰ ਦਿੱਤੇ ਨੇ ਕਿ ਹੁਣ ਅਸੀਂ ਵਿੱਚ ਲੜਨਾ ਨਹੀਂ ਹੈਗਾ। ਫਿਰ ਜੇ ਹੁਣ ਮੋਦੀ ਸਾਹਿਬ ਕਹਿਣ ਵੀ ਚਲੋ ਇੱਕ ਬਹੁਤ ਚੰਗਾ ਇਹ ਕੰਮ ਹੈ ਚਾਈਨਾ ਵੱਲੋਂ, ਤੇ ਚਾਈਨਾ ਸਾਡੀ ਤਾਰੀਫ ਕਰੇ ਜੀ ਬਹੁਤ ਚੰਗਾ ਕੰਮ ਹੈ, ਜਿਹੜੀ ਹੁੰਦੀ ਵੀ ਹੈ, ਹੋ ਰਹੀ ਹੈ, ਤੇ ਕੀ ਇਹਦੇ 'ਚ ਕੋਈ ਮਾੜੀ ਗੱਲ ਹੋਊਗੀ? ਕਿਉਂਕਿ ਚਾਈਨਾ ਬਹੁਤ ਪਾਵਰਫੁਲ ਮੁਲਕ ਹੈ, ਤੇ ਕੋਈ ਵੀ ਪਾਵਰਫੁਲ ਮੁਲਕ ਦੇ ਨਾਲ ਐਵੇਂ ਸਿੰਘ ਫਸਾਉਣ ਨੂੰ ਰਾਜੀ ਨਹੀਂ ਹੁੰਦਾ। ਅਮਰੀਕਾ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਇਨਵੈਸਟਰ ਦੇ ਲਈ ਨੰਬਰ 1 ਸੀ, ਪਰ ਪਿਛਲੇ ਹੁਣ ਕੁਝ ਦਿਨਾਂ ਤੋਂ, ਮਹੀਨਿਆਂ ਤੋਂ, ਸਾਲਾਂ ਤੋਂ ਚਾਈਨਾ ਜਿਹੜਾ ਹੈ ਉਹ ਇਨਵੈਸਟਰ ਦੀ ਪਹਿਲੀ ਚੋਇਸ ਬਣ ਗਿਆ ਜੀ। ਬਿਲਾਟਰਲ ਇਸ਼ੂ ਹੁੰਦੇ ਨੇ, ਦੋਹਾਂ ਦੇਸ਼ਾਂ ਦੇ ਵਿੱਚ ਬੜੇ ਸਾਰੇ ਸਬੰਧ ਹੁੰਦੇ ਨੇ, ਉਹਨਾਂ ਸਬੰਧਾਂ ਨੂੰ ਸੁਧਾਰਨ ਲਈ, ਕਿਉਂਕਿ ਬਹੁਤ ਸਾਰੇ ਸਬੰਧਾਂ ਦੇ ਉੱਤੇ ਪਾਣੀ ਫਿਰ ਗਿਆ ਜਾਂਦਾ ਟਰੰਪ, ਉਹਨਾਂ ਸਬੰਧਾਂ ਨੂੰ ਸੁਧਾਰਨ ਲਈ ਇਹ ਟਵੀਟ ਜਿਹੜਾ ਸੀਗਾ ਸ਼ਾਇਦ ਜ਼ਰੂਰੀ ਹੈ ਹੋਵੇਗਾ, ਕਿਉਂਕਿ ਇਹਨਾਂ ਦੀ ਆਪਣੀਆਂ ਏਜੰਸੀਆਂ ਦੇ ਪਿੱਛੇ ਕੰਮ ਕਰਦੀਆਂ ਨੇ ਜੀ। ਕੰਗਣਾ ਨੂੰ ਲੱਗਦਾ ਹੈ ਕਿ ਉਹ ਸ਼ਾਇਦ ਸਭ ਕੁਝ ਜਾਣਦੀ ਹੈ। ਇੱਕ ਗੱਲ ਤੁਹਾਨੂੰ ਸੁਣਾਉਣਾ ਹੈ ਕਿ ਕਹਿੰਦੇ ਜੀ ਪਿੰਡ ਵਾਲਾ ਮੁੰਡਾ ਹੁੰਦਾ ਜਿਹੜਾ ਸਾਡਾ ਭੱਲੂ ਜਿਹਨੂੰ ਕਹਿ ਲਓ, ਕਿ ਉਹਨੂੰ ਹੁਣ ਉਹ ਬੋਲਦਾ ਉਹ ਕਰਕੇ ਆ, ਕਿਤੇ ਚੰਗੇ ਥਾਂ ਉਹਦਾ ਰਿਸ਼ਤਾ ਦੇਖਣ ਜਾਣਾ ਸੀਗਾ, ਤੇ ਉਹਨੂੰ ਕਹਿੰਦੇ ਜੀ ਤੂੰ ਉੱਥੇ ਜਾ ਕੇ ਬੋਲਣਾ ਨਹੀਂ ਆ, ਬਸ ਹਾਂਜੀ ਤੇ ਹੂੰ ਕਰੀ ਜਾਣੀ ਆ। ਹੁਣ ਕਿੰਨੇ ਦੇਰ ਜਦੋਂ ਤੁਹਾਡੀ ਆਦਤ ਹੀ ਓਂ ਕਰਕੇ ਬੋਲਣ ਦੀ ਹੋਵੇ, ਜਾਂ ਫਿਰ ਜਿੱਦਾਂ ਕਹਿੰਦੇ ਹੁੰਦੇ ਕਿ ਬੋਲਣ ਲੱਗਿਆ ਤੁਹਾਨੂੰ ਅਕਲ ਹੀ ਨਾ ਹੋਵੇ, ਤੇ ਤੁਸੀਂ ਕਿੰਨੇ ਦਿਨ ਚੁੱਪ ਰਹਿ ਲਓਗੇ? ਕਿੰਨਾ ਚਿਰ ਚੁੱਪ ਰਹਿ ਲਓਗੇ? ਘੰਟਾ, 2 ਘੰਟੇ, 3 ਘੰਟੇ। ਹੁਣ ਜਦੋਂ ਕੁੜੀ ਦੇਖਣ ਗਏ ਤੇ ਦੇਖਦੇ ਦੇਖਦੇ ਮੁੰਡਾ ਪਸੰਦ ਆ ਗਿਆ, ਸ਼ਾਮਾਂ ਪੈ ਗਈਆਂ, ਕਹਿੰਦੇ ਸ਼ਗਨ ਅੱਜ ਹੀ ਪਾ ਲੈਂਦੇ ਆ। ਕੋਈ ਗੱਲ ਹੋ ਜਾਂਦੀ ਹੈ ਤੇ ਫਿਰ ਮੁੰਡੇ ਦੀ ਆਵਾਜ਼ ਨਿਕਲ ਜਾਂਦੀ, ਮੈਂ ਤਾਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀਗਾ ਵੀ ਕੱਪੜੇ ਨਾਲ ਮੋਟੇ ਲਿਆਇਓ। ਉਹਨਾਂ ਨੂੰ ਪਤਾ ਲੱਗ ਗਿਆ ਜੀ ਵੀ ਮੁੰਡੇ ਨੂੰ ਕਿੰਨੀ ਅਕਲ ਹੈ। ਹੁਣ ਦੇਖੋ ਕੰਗਨਾ ਕਿੰਨਾ ਚਿਰ ਆਪਣੇ ਆਪ ਨੂੰ
ਢੱਕ ਕੇ ਰੱਖਦੀ। ਜੀ ਜਿੱਦਾਂ ਦਾ ਤੁਹਾਡਾ ਸੁਭਾਅ ਹੁੰਦਾ ਹੈ ਹੌਲੀ ਹੌਲੀ ਨਿਕਲ ਜਾਣਾ ਹੈ। ਜੀ ਪਾਚੀ ਬਹੁਤ ਦਿਨ ਪਾਚ ਨਹੀਂ ਕਰ ਸਕਦਾ। ਇੱਕ ਦਿਨ ਪਾਚ ਕਰ ਲਓ, ਦੂਸਰੇ ਦਿਨ ਪਾਚ ਕਰ ਲਓ, ਤੀਸਰੇ ਦਿਨ ਸੱਚਾਈ ਉਹਦੀ ਸਾਹਮਣੇ ਆ ਜਾਣੀ ਹੈ। ਸੋ ਇਹ ਕੰਗਣਾ ਆ, ਇਹਨੇ ਆਪਣੇ ਰੰਗ ਦਿਖਾਉਣੇ ਹੀ ਆ। ਔਰ ਮੈਨੂੰ ਲੱਗਦਾ ਕਿ ਮੈਂ ਨਾ ਗੱਲ ਅਸੀਂ ਕਰੀਏ ਤੇ ਚੰਗੀ ਗੱਲ ਹੈ, ਕਿਉਂਕਿ ਹੁਣ ਕਹਿੰਦੇ ਨੇ ਕਿ ਦਿਮਾਗੋਂ ਪਰੇ ਦੀਆਂ ਗੱਲਾਂ ਤੇ ਉਜੜੇ ਹੋਏ ਲੋਕਾਂ ਦੀਆਂ ਗੱਲਾਂ, ਜਾਂ ਫਿਰ ਇਹ ਕਹ ਲਓ ਕਿ ਉਹਨਾਂ ਲੋਕਾਂ ਦੀਆਂ ਗੱਲਾਂ ਜਿਨ੍ਹਾਂ ਨੂੰ ਸਿਫਤ ਸਲਾਹ ਨਹੀਂ ਜਾ ਸਕਦਾ, ਉਹਨਾਂ ਦੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਜੀ। ਬਾਕੀ ਖੈਰ ਸਾਹਿਬ, ਤੁਸੀਂ ਭਾਵੇਂ ਕਹਿੰਦੇ ਹੋ ਕਿ ਇਹਨਾਂ ਗੱਲਾਂ ਕਰਨ ਦਾ ਫਾਇਦਾ ਨਹੀਂ, ਪਰ ਟਰੰਪ ਸਾਹਿਬ ਵੀ ਸੇਮ ਕੈਟੇਗਰੀ ਦੇ ਨੇ, ਪਰ ਤਾਂ ਵੀ ਲੋਕ ਉਹਨਾਂ ਨੂੰ ਸੁਣਨਾ ਦੇਖਣਾ ਬੜਾ ਪਸੰਦ ਕਰਦੇ ਨੇ, ਕਿਉਂਕਿ ਹੁਣ ਕਿਹੜਾ ਸ਼ਦਾਰਨਾਂ ਨੇ ਘੋਲ ਦਿੱਤਾ। ਸੋ ਤਾਂ ਕਰਕੇ ਕੰਗਣਾ ਹੁਣਾਂ ਦੀ ਗੱਲ ਆਪਾਂ ਕੀਤੀ ਹੈ। ਸੋ ਪ੍ਰੋਗਰਾਮ ਨੂੰ ਇੱਥੇ ਹੀ ਅਸੀਂ ਖਤਮ ਕਰਨ ਦੀ ਇਜਾਜ਼ਤ ਲੈਂਦੇ ਹਾਂ। ਸਾਡਾ ਪ੍ਰੋਗਰਾਮ ਮੁੱਦਾ ਤੁਸੀਂ YouTube ਦੇ ਉੱਪਰ ਜਾ ਕੇ ਦੁਬਾਰਾ ਦੇਖ ਸਕਦੇ ਹੋ। ਸਾਡਾ YouTube ਚੈਨਲ ਹੈ ਪੰਜਾਬ ਮਿਲਕ USA TV, ਉੱਥੇ ਜਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ ਐਂਡ ਵੈਲਿਊਬਲ ਕਮੈਂਟ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।